ਹੁਣ ਆਪ ਜੀ ਸਤਿਕਾਰਯੋਗ ਗਿਆਨੀ ਜੀ ਹੋਰਾਂ ਪਾਸੋਂ ਲੜੀਵਾਰ ਗੁਰਬਾਣੀ ਵਿਚਾਰ ਗੁਰਬਾਣੀ ਦੀ ਕਥਾ ਆਪ ਜੀ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਆਵੋ ਸਿੱਖ ਸਤਿ ਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਗ ਪਾਣੀ। ਕਹਿ ਨਾਨਕ ਸਦਾ ਗਾਵੋ, ਇਹੋ ਸੱਚੀ ਬਾਣੀ। ਮੂਕ ਚੁਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜਾਉ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੁ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੁ ਤੁਮ ਕਥਾ ਸੁਧਾਰੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਸ਼ਲੋਕ। ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨ। ਸਸਾਸ ਸਾਸ ਸਿਮਰੰਤ, ਨਾਨਕ ਮਹਾ ਅਗਨ ਨਾ ਬਿਨਾਸਨ। ਮੁਖ ਤਲੈ ਪੈਰ ਉਪਰੇ, ਵਸੰਦੋ ਕੋਥੜੈ ਥਾਏ। ਨਾਨਕ ਸੋ ਧਣੀ ਕਿਉ ਵਿਸਾਰਿਓ, ਉਦਰਹਿ ਜਿਸ ਦੈ ਨਾਏ। ਪੌੜੀ। ਰਾਕਤ ਬਿੰਦ ਕਰ ਨਿਮਿਆ, ਅਗਨ ਉਦਰ ਮਯਾਰ। ਉਰਦ ਮੁਖ ਕੁਚੀਲ ਬਿਕਲ, ਨਰਕ ਘੋਰ ਗੁਬਾਰ। ਹਰ ਸਿਮਰਤ ਤੂੰ ਨਾ ਝਲੈ, ਮਨ ਤਨ ਉਰਧਾਰ। ਬਿਖਮ ਥਾਨੋ ਜਿਨ ਰਖਿਆ, ਤਿਸ ਤਿਲ ਨਾ ਵਿਸਾਰ। ਪ੍ਰਭ ਬਿਸਰਤ ਸੁਖ ਕਦੇ ਨਾਹਿ, ਜਾਸਹਿ ਜਨਮ ਹਾਰ। ਪ੍ਰਭ ਬਿਸਰਤ ਸੁਖ ਕਦੇ ਨਾਹਿ, ਜਸ ਹੈ ਜਨਮ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਗਰੀਬ ਨਿਵਾਜ ਵਾਲੀ ਦੋ ਜਹਾਨ, ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਸੁਭਾਈਮਾਨ, ਜੁਗੋ ਜੁਗ ਅਟਲ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ, ਗੁਰੂ ਪਿਆਰਿਆਂ ਦੀ ਰਸਨਾ ਤੋਂ ਸਰਵਣ ਕੀਤੇ ਨੇ, ਅਤੇ ਚੱਲ ਰਹੀ ਲੜੀਵਾਰ ਕਥਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਆਪਾਂ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ ਜੈਤ ਸ੍ਰੀ ਦੀ ਵਾਰ ਦਾ ਹੈ। ਸੋ ਇਹ ਦੂਸਰਾ ਸ਼ਲੋਕ ਹੈ ਜੈਤ ਸ੍ਰੀ ਦੀ ਵਾਰ ਦਾ, ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 'ਤੇ 706 ਅੰਕ 'ਤੇ ਇਹ ਸ਼ਬਦ ਸੁਸ਼ੋਭਿਤ ਹੈ। ਸਾਹਿਬ ਜੀ ਕੀ ਕਿਰਪਾ ਕਰਦੇ ਨੇ, ਆਓ ਆਪਾਂ ਸਮਝੀਏ ਸ਼ਲੋਕ। ਰਚੰਤ ਜੀ ਰਚਨਾ, ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਇਸ ਜੀਵ ਦੀ ਰਚਨਾ ਕਿੱਥੇ ਕਰਦਾ ਹੈ। ਸੋ ਆ ਸਰੀਰ ਦੀ ਬਣਤਰ ਜਿੱਥੇ ਬਣਦੀ ਹੈ ਉਹਦੇ ਬਾਰੇ ਦੱਸਿਆ ਮਹਾਰਾਜ ਪਾਤਸ਼ਾਹ ਜੀ ਨੇ। ਕਹਿੰਦੇ ਨੇ ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨ। ਜਿੱਦਾਂ ਕੋਈ ਮੂਰਤੀ ਘਾੜਾ ਜਦੋਂ ਮੂਰਤੀ ਬਣਾਉਂਦਾ ਅਤੇ ਉਹ ਫਿਰ ਇੱਕ ਜਗ੍ਹਾ 'ਤੇ ਬਹਿ ਕੇ ਮੂਰਤੀ ਨੂੰ ਇੱਕ ਜਗ੍ਹਾ 'ਤੇ ਟਿਕਾ ਕੇ ਉਹਨੂੰ ਬਣਾਉਣਾ ਸ਼ੁਰੂ ਕਰਦਾ। ਇਸੇ ਤਰ੍ਹਾਂ ਹੀ ਕੋਈ ਡਰਾਇੰਗ ਕਰਦਾ, ਸੋ ਉਹ ਬਕਾਇਦਾ ਪੇਪਰ ਨੂੰ ਇੱਕ ਜਗ੍ਹਾ 'ਤੇ ਫਿਕਸ ਕਰਕੇ ਅਤੇ ਫਿਰ ਸੋ ਉਹ ਡਰਾਇੰਗ ਕਰਦਾ, ਨਹੀਂ ਡਰਾਇੰਗ ਨਹੀਂ ਹੁੰਦੀ ਹੈ। ਸੋ ਅਕਾਲ ਪੁਰਖ ਪਰਮਾਤਮਾ ਨੇ ਜਿਹੜਾ ਆ ਸਰੀਰ ਬਣਾਇਆ, ਇਸ ਜੀਵ ਦੀ ਜਿਹੜੀ ਰਚਨਾ ਕੀਤੀ, ਉਹਨੂੰ ਸਥਾਪਨ ਕੀਤਾ ਪਹਿਲੋਂ ਇੱਕ ਜਗ੍ਹਾ 'ਤੇ। ਉਹ ਜਗ੍ਹਾ ਕਿਹੜੀ? ਮਾਤਾ ਦਾ ਗਰਭ, ਜਿੱਥੇ ਕੋਈ ਦੇਖ ਹੀ ਨਾ ਸਕੇ। ਇੱਥੋਂ ਤੱਕ ਮਾਤਾ ਵੀ ਨਹੀਂ ਦੇਖ ਸਕਦੀ ਹੈ। ਜਿਸ ਦੇ ਅਸਥਾਨ 'ਤੇ, ਜਿਸ ਦੇ ਗਰਭ ਦੇ ਵਿੱਚ ਕਰਤਾ ਪੁਰਖ ਜੀਵ ਦੀ ਰਚਨਾ ਕਰਦਾ ਹੈ, ਅਤੇ ਮਾਤਾ ਵੀ ਉਸ ਨੂੰ ਨਹੀਂ ਦੇਖ ਸਕਦੀ ਹੈ। ਸੋ ਕੋਈ ਨੁਕ ਹੁਕਮਦੁਲੀ ਨਾ ਕਰੇ, ਜਾਂ ਦੇਖਿਆ ਹੀ ਨਹੀਂ ਤਾਂ ਹੁਕਮਦੁਲੀ ਕਾਹਦੀ। ਅਤੇ ਜਿਸ ਜੀਵ ਦੀ ਰਚਨਾ ਹੋ ਰਹੀ ਉਹਨੂੰ ਪਤਾ ਨਹੀਂ ਬੇਸੁੱਧੀ ਦੇ ਵਿੱਚ ਹੈ। ਜਿਸ ਜਗ੍ਹਾ 'ਤੇ ਰਚਨਾ ਕੀਤੀ ਜਾ ਰਹੀ ਹੈ ਉਹਦੀ ਪਹੁੰਚ ਤੋਂ ਪਰੇ ਹੈ। ਉੱਥੇ ਕਰਤਾ ਪੁਰਖ ਇਸ ਜੀਵ ਦੀ ਰਚਨਾ ਕਰਦਾ। ਆਪਾਂ ਸਾਰੇ ਜਿਨ੍ਹਾਂ ਨੇ ਜਨਮ ਲਿਆ, ਸੋ ਸਾਡੀ ਰਚਨਾ ਕਰਤੇ ਪੁਰਖ ਨੇ ਕੀਤੀ, ਰੱਬ ਨੇ ਕੀਤੀ, ਪਰਮੇਸ਼ਰ ਨੇ ਕੀਤੀ ਹੈ। ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨੰ। ਹੁਣ ਕਹਿੰਦੇ ਨੇ, ਕਹਿੰਦੇ ਭਾਈ ਜਿੱਥੇ ਤੇਰੀ ਇਹ ਜੀਵ ਰਚਨਾ ਹੋਈ ਹੈ, ਸੋ ਉੱਥੇ ਕੀ ਕਹਿੰਦੇ, ਸਾਸ ਸਾਸ ਸਿਮਰੰਤ ਨਾਨਕ, ਮਹਾ ਅਗਨ ਨਾ ਵਿਨਾਸ਼ਨ। ਜਿੱਦਾਂ ਤੂੰ ਇੱਥੇ ਸਾਹ ਲੈਣਾ, ਇੱਥੇ ਇੱਦਾਂ ਉੱਥੇ ਸਿਮਰਨ ਕਰਦਾ ਸੀਗਾ। ਉਹ ਸਿਮਰਨ ਹੀ ਤੇਰਾ ਸਾਹ ਸੀ। ਜਿਹੜਾ ਸਿਮਰਨ ਸੀ ਨਾ, ਉਹਦੀ ਯਾਦ, ਉਹੀ ਤੇਰਾ ਸਾਹ ਸੀਗਾ, ਜਿਹਦੇ ਕਰਕੇ ਮਹਾਂਅਗਨ, ਜਠਰ ਅਗਨ, ਜਿਹੜੀ ਪੇਟ ਦੀ ਮਾਤਾ ਦੇ ਗਰਭ ਦੀ ਜਠਰ ਅਗਨ ਹੈ, ਉਹ ਤੈਨੂੰ ਪੋਹ ਵੀ ਨਹੀਂ ਸਕੀ। ਤੇਰੀ ਰਚਨਾ ਵੀ ਹੁੰਦੀ ਸੀ, ਤੂੰ ਪੱਕ ਵੀ ਰਿਹਾ ਸੀ, ਅਤੇ ਇਹ ਜਠਰ ਅਗਨ ਨਹੀਂ ਸੀ ਤੈਨੂੰ ਪੋਸ ਰਹੀ, ਕਿਉਂਕਿ ਜਿੱਦਾਂ ਤੂੰ ਹੁਣ ਸਾਹ ਲੈ ਰਿਹਾ ਇੱਥੇ, ਉੱਥੇ ਤੇਰਾ ਸਿਮਰਨ ਚੱਲਦਾ ਸੀਗਾ। ਇੱਥੇ ਸਾਹ ਦੇ ਨਾਲ ਜ਼ਿੰਦਗੀ ਹੈ, ਉੱਥੇ ਸਿਮਰਨ ਦੇ ਨਾਲ ਜ਼ਿੰਦਗੀ ਸੀ। ਉਹ ਸਿਮਰਨ ਦੇ ਨਾਲ ਤਾਂ ਜ਼ਿੰਦਗੀ ਮਿਲਦੀ ਸੀ, ਨਾਲੇ ਬਿਨ ਸਾਸ ਤੇ ਰੱਖ ਹੈ, ਪ੍ਰਭ ਭਾਵੈ ਬਿਨ ਸਾਸ ਤੇ ਰੱਖੇ। ਮਾਤਾ ਦੀ ਗਰਭ ਦੀ ਅਵਸਥਾ ਆ ਜਦੋਂ ਰੱਬ ਸਾਹਾਂ ਤੋਂ ਬਿਨਾਂ ਰੱਖਦਾ, ਕਿਉਂਕਿ ਸਿਮਰਨ ਜੋ ਕਰਦਾ। ਸਾਹ ਤੋਂ ਬਿਨਾਂ ਤਾਂ ਤਦੇ ਰੱਖੂ ਨਾ ਜੇ ਸਿਮਰਨ ਕਰੂਗਾ। ਜੇ ਸਿਮਰਨ ਹੀ ਨਹੀਂ ਕਰੇਗਾ ਤਾਂ ਸਾਹ ਤੋਂ ਬਿਨਾਂ ਕਿੱਦਾਂ ਰੱਖੂਗਾ। ਹਰ ਇੱਕ ਆਪਾਂ ਸਾਰੇ ਜਾਣੇ ਭਾਈ ਉਸ ਅਵਸਥਾ 'ਚੋਂ ਲੰਘੇ। ਸਾਹਾਂ ਦੀ ਜਗ੍ਹਾ ਸਿਮਰਨ ਕੀਤਾ, ਉਹਨੇ ਸਾਡੀ ਰੱਖਿਆ ਕੀਤੀ। ਮਹਾਂ ਅਗਨ, ਪੇਟ ਦੀ ਅਗਨ ਤੇਰਾ ਕੁਝ ਵੀ ਵਿਗਾੜ ਨਹੀਂ ਸਕੀ। ਮੁਖ ਤੋਲੈ ਪੈਰ ਉਪਰੇ, ਵਸੰਦੋ ਕੋ ਹਥੜੈ
ਥਾਏ। ਹੁਣ ਡਾਕਟਰ ਲੋਕ ਜਦੋਂ ਸਰੀਰ ਨੂੰ ਫਰੋਲਦੇ ਆ, ਚੀਰ ਫਾੜ ਕਰਦੇ ਆ, ਪਤਾ ਵੀ ਕੁਛ ਕੁਹੱਥੜਾ ਥਾਂ ਆ, ਕੁਹੱਥੜਾ। ਵੈਸੇ ਕੁਹੱਥੜਾ ਹੁੰਦਾ ਜਿੱਥੇ ਹੱਥ ਨਾ ਪਹੁੰਚੇ, ਉਹਨੂੰ ਕੁਹੱਥੜਾ ਕਿਹਾ ਜਾਂਦਾ। ਜਿੱਥੇ ਕਿਸੇ ਦੀ ਵੀ ਸਹਾਇਤਾ ਨਾ ਪਹੁੰਚ ਸਕੇ, ਉਹਨੂੰ ਕੁਹੱਥੜਾ ਕਿਹਾ ਜਾਂਦਾ ਹੈ। ਸੇ ਨਹੀਂ ਉਂਝ ਆਪਾਂ ਉਹਨੂੰ ਕੁਹੱਥੜਾ ਕਹਿੰਦੇ ਨੇ ਜਿਹੜਾ ਗੰਦਗੀ ਵਾਲੀ ਜਗ੍ਹਾ ਹੋਵੇ। ਪਰ ਨਹੀਂ, ਇੱਥੇ ਜ਼ਿਆਦਾ ਇਹ ਲੱਗਦਾ ਵੀ ਉੱਥੇ ਥਾਂ ਹੱਥ ਨਹੀਂ ਪਹੁੰਚਦਾ ਕਿਸੇ ਦਾ। ਜੇ ਹੱਥ ਪਹੁੰਚੇ ਤਾਂ ਆਪਣੀ ਹਿਸਾਬ ਦੇ ਨਾਲ ਮੂਰਤੀ ਨੂੰ ਬਣਾ ਲਵੇ, ਮਾਂ ਆਪਣੇ ਹਿਸਾਬ ਨਾਲ ਬਣਾ। ਨਹੀਂ, ਕੁਹੱਥੜਾ, ਉਹਦਾ ਹੱਥ ਨਹੀਂ ਪਹੁੰਚ ਸਕਦਾ ਉੱਥੇ ਤੱਕ। ਜਿੱਥੇ ਕਿਸੇ ਦਾ ਵੀ ਨਹੀਂ ਸੀ ਹੱਥ ਪਹੁੰਚਦਾ, ਉੱਥੇ ਰੱਬ ਨੇ ਤੈਨੂੰ ਵਸਾਇਆ ਸੀ, ਰੱਖਿਆ ਸੀਗਾ। ਅਤੇ ਉਹ ਘੜਦਾ ਸੀ ਤੈਨੂੰ, ਅਤੇ ਕਿਉਂਕਿ ਸਿਰ ਭਾਰਾ ਹੁੰਦਾ, ਇਸ ਕਰਕੇ ਮੁੱਖ ਥੱਲੇ ਨੂੰ ਹੀ ਰਹਿੰਦਾ ਸੀ ਜਦੋਂ ਬਣਾਉਂਦਾ ਸੀ। ਮੁੱਖ ਤਲਾ, ਸਿਰ ਭਾਰਾ, ਪੈਰ ਉੱਪਰ, ਪੈਰ ਹਲਕੇ ਹੁੰਦੇ ਅਤੇ ਪੈਰ ਤਕਰੀਬਨ ਤਾਂ ਨੂੰ ਰਹੇ ਜਿੰਨਾ ਚਿਰ ਉਹਨੇ ਮੂਰਤੀ ਬਣਾਈ ਹੈ, ਇਹ ਸਰੀਰ ਬਣਾਇਆ। ਅਤੇ ਸਿਰ ਸੋ ਥੱਲੇ ਨੂੰ ਹੀ, ਕਿਉਂਕਿ ਸਿਰ ਭਾਰਾ ਹੈ ਅਤੇ ਪੈਰ ਉੱਪਰ ਨੂੰ। ਅਤੇ ਜਦੋਂ ਇਹ ਸਿਮਰਨ ਕਰਦਾ, ਉੱਥੇ ਉਰਧ ਤਪ ਕਹਿ ਦਿੱਤਾ। ਉੱਥੇ ਸਰੀਰ ਦੀ ਪੋਜੀਸ਼ਨ ਨਹੀਂ ਹੈ ਜਦੋਂ ਉਰਧ ਤਪ ਆ ਕੇ। ਇੱਥੇ ਬਣਤਰ ਹੈ, ਇੱਥੇ ਪੋਜੀਸ਼ਨ ਦੀ ਗੱਲ ਹੋਈ ਉਹ ਹੈ। ਸਿਰ ਭਾਰਾ ਕਰਕੇ ਸਿਰ ਥੱਲੇ ਨੂੰ ਹੈ, ਪੈਰ ਉੱਪਰ ਨੂੰ। ਜਦੋਂ ਉਰਧ ਤਪ ਕਿਹਾ, ਉਹ ਉਲਟਾ ਤਪ, ਉਲਟ ਕੇ ਤਪ ਕਰਦਾ, ਉਹ ਨਹੀਂ। ਉਹ ਤਪ ਸੀ ਇਹਦਾ ਉਲਟਾ, ਸਰੀਰ ਦੀ ਰਚਨਾ ਵੱਲ ਹੀ ਤਪ ਸੀ। ਸਰੀਰ ਨੂੰ ਹੀ ਬਣਾਉਂਦਾ ਪਿਆ ਸੀਗਾ, ਸਰੀਰ ਦੇ ਉੱਤੇ ਸਾਰਾ ਧਿਆਨ ਸੀ। ਮਤਲਬ ਮਾਇਆ ਦਾ ਹੀ ਤਪ ਸੀ ਉਸ ਵੇਲੇ। ਜਨਮ ਹੋਵੇ, ਮੇਰਾ ਜਨਮ ਹੋਵੇ, ਛੇਕ ਨਾ ਲੱਗ ਜਾਵੇ, ਸੋ ਸਰੀਰ ਦੀ ਪਾਲਣ ਪੋਸ਼ਣ ਦਾ ਹੀ ਤਪ ਸੀ ਇਹਦਾ ਸਾਰਾ। ਉਹਨੂੰ ਉਹ ਉਰਧ ਤਪ ਆ। ਸੋ ਇਹ ਮੁੱਖ ਤਲ ਹੈ। ਇਹ ਪੋਜੀਸ਼ਨ ਦੀ ਗੱਲ ਕੀਤੀ ਗਈ ਹੈ ਵੀ ਉਸ ਵੇਲੇ ਤੇਰੀ ਪੋਜੀਸ਼ਨ ਜਿਹੜੀ ਉਹ ਇਹੋ ਜਿਹੀ ਸੀ। ਵਸੰਦੋ ਕੁਹੱਥੜਾ ਥਾ, ਕਿੱਥੇ ਵਾਸਾ ਸੀ ਜਿੱਥੇ ਕਿਸੇ ਦਾ ਹੱਥ ਨਹੀਂ ਸੀ ਪਹੁੰਚ ਸਕਦਾ। ਪਰ ਉੱਥੇ ਪਹੁੰਚਦਾ ਕੌਣ ਹੈ? ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ। ਜਿੱਥੇ ਕਿਸੇ ਦੀ ਪਹੁੰਚ ਹੀ ਨਹੀਂ ਹੈ, ਉੱਥੇ ਉਹ ਪਹੁੰਚਦਾ। ਫਿਰ ਜਿਹੜਾ ਤੇਰਾ ਸਿਮਰਨ ਸੀ, ਉਹੀ ਤੇਰੀ ਰੱਖਿਆ ਕਰਦਾ ਸੀ। ਨਾਨਕ ਸੋ ਧਣੀ, ਧਣੀ ਮਾਲਕ ਨੂੰ ਕਿਹਾ ਜਾਂਦਾ। ਨਾਨਕ ਜੀ ਕਹਿ ਰਹੇ ਨੇ, ਭਾਵ ਗੁਰੂ ਅਰਜਨ ਦੇਵ ਜੀ, ਉਸ ਮਾਲਕ ਨੂੰ ਕਿਉਂ ਵਿਸਾਰਿਓ? ਉਦਰੈ ਜਿਸ ਦਾ ਨਾਏ, ਉੱਥੋਂ ਤੂੰ ਬਚਿਆ, ਤੇਰੀ ਰੱਖਿਆ ਹੋਈ, ਤੂੰ ਪੱਕਿਆ, ਤੂੰ ਬਣਿਆ ਵੀ, ਤੂੰ ਪੱਕਿਆ, ਤੇਰਾ ਜਨਮ ਹੋਇਆ ਸਹੀ ਸਲਾਮਤ। ਅਤੇ ਫਿਰ ਉਹ ਸਿਮਰਨ ਦੀ ਬਦੌਲਤ ਹੋਇਆ ਨਾ। ਐਸੇ ਪ੍ਰਭੂ ਨੂੰ ਤੂੰ ਕਿਉਂ ਵਿਸਾਰ ਰਿਹਾ ਹੈ? ਪੌੜੀ। ਰਕਤ ਬਿੰਦ ਕਰ ਨਿਮਿਆ, ਅਗਨ ਉਦਰ ਮਝਾਰ। ਉਦਰ ਪੇਟ ਹੋ ਗਿਆ, ਜਿੱਥੇ ਅੱਗ ਹੈ ਮਝਾਰ, ਅੱਗ ਦੇ ਵਿੱਚ ਤੂੰ ਪੱਕਿਆ। ਕਿੱਦਾਂ? ਰਕਤ ਮਾਤਾ ਦੀ ਰਕਤ, ਪਿਤਾ ਦਾ ਬਿੰਦ। ਸੋ ਇਹਦੇ ਤੋਂ ਤੂੰ ਨਿੰਮਿਆ, ਬਣਿਆ। ਤੇਰੀ ਬਣਤਰ ਤਾਂ ਰਕਤ ਬਿੰਦ ਹੀ ਹੈ। ਅਤੇ ਜਿੱਥੇ ਤੂੰ ਪੱਕਿਆ, ਉੱਥੇ ਅੱਗ ਦੇ ਵਿੱਚ ਪੱਕਿਆ ਤੂੰ। ਪੇਟ ਦੇ ਵਿੱਚ ਜਿੱਥੇ ਅੱਗ ਸੀ, ਉਹਦੇ ਵਿੱਚ ਤੇਰੀ ਬਣਤਰ ਬਣਾਈ ਹੈ ਅਕਾਲ ਪੁਰਖ ਨੇ। ਉਰਦ ਮੁਖ ਕੋ ਚੀਲ ਬਿਕਲ, ਨਾਰਕ ਘੋਰ ਗੁਬਾਰ। ਇਹਨੂੰ ਹੀ ਘੋਰ ਨਰਕ ਕਹਿ ਦਿੱਤਾ, ਗੁਬਾਰ, ਘੁੱਪ, ਹਨੇਰਾ। ਉਰਦ ਮੁਖ, ਇੱਥੇ ਉਰਦ ਮੁਖ, ਇੱਥੇ ਵੀ ਪੋਜੀਸ਼ਨ ਦੀ ਹੀ ਗੱਲ ਕੀਤੀ। ਇੱਥੇ ਜਿੱਥੇ ਉਰਦ ਤਪ ਹੁੰਦਾ, ਉਰਦ ਤਪ, ਸੋ ਉੱਥੇ ਸੋ ਮਾਇਆ ਵਾਲੇ ਪਾਸੇ ਤਪ, ਰੱਬ ਤੋਂ ਉਲਟ ਮਾਇਆ ਸਰੀਰ ਦੇ ਹੀ ਸੰਬੰਧ ਵਿੱਚ ਕੀਤਾ ਹੈ ਤਪ। ਇੱਥੇ ਉਰਦ ਮੁਖ ਹੈ, ਪੋਜੀਸ਼ਨ ਦੀ ਗੱਲ ਕੀਤੀ ਗਈ ਹੈ। ਉਰਦ ਮੁਖ, ਮੁਖ ਥੱਲੇ ਕੋ ਚੀਲ ਬਿਕਲ, ਨਰਕ ਘੋਰ ਗੁਬਾਰ। ਜਿੱਥੇ ਤੇਰਾ ਮੁਖ ਸੀ ਮਲ ਮੂਤਰ ਦੀ ਜਗ੍ਹਾ, ਇੱਥੇ ਜ਼ਿਕਰ ਕੀਤਾ ਵੀ ਉਹ ਜਿਹੜੀ ਜਗ੍ਹਾ ਮਲ ਮੂਤਰ ਵਾਲੀ, ਕੁਚੀਲ ਬਿਕਲ, ਅਤੇ ਇਹੋ ਹੀ ਨਰਕ ਘੋਰ ਹੈ, ਗੁਬਾਰ, ਘੁੱਪ, ਹਨੇਰਾ, ਜਿੱਥੇ ਰਚਨਾ ਹੋਈ ਤੇਰੀ। ਪ੍ਰਭ ਬਿਸਰਤ ਸੁਖ ਕਦੇ ਨਾਹਿ, ਜਸ ਹੈ ਜਨਮ ਹਾਰ। ਮਹਾਰਾਜ ਕਹਿੰਦੇ ਜੇ ਰੱਬ ਨੂੰ ਭੁਲਾਵੇਂਗਾ, ਫਿਰ ਤੈਨੂੰ ਸੁੱਖ ਦੀ ਕਦੀ ਪ੍ਰਾਪਤੀ ਨਹੀਂ ਹੋਵੇਗੀ। ਜਿਹੜੇ ਸੰਸਾਰ ਵਿੱਚ ਜਨਮ ਲੈ ਕੇ ਰੱਬ ਨੂੰ ਭੁੱਲ ਜਾਂਦੇ ਨੇ, ਉਹਦਾ ਸਿਮਰਨ ਨਹੀਂ ਕਰਦੇ, ਉਹ ਜਨਮ ਹਾਰ ਕੇ ਇਸ ਸੰਸਾਰ ਤੋਂ ਜਾਂਦੇ ਨੇ। ਪਤਾ ਨਹੀਂ ਕਿੰਨੇ ਕੁ ਜਨਮ ਹਾਰ ਕੇ ਚਲ ਗਏ। ਵਿਰਲੇ ਹੁੰਦੇ ਨੇ ਜਿਹੜੇ ਬਾਜੀ ਜਿੱਤ ਕੇ ਜਾਂਦੇ ਨੇ। ਪਰ ਮਹਾਰਾਜ ਦਾ ਹੁਕਮ ਇਹੋ ਹੀ ਹੈ, ਕਹਿੰਦੇ ਭਾਈ ਬਾਜੀ ਜਿੱਤ ਕੇ ਆਓ। ਜੇ ਚਾਹੁੰਦੇ ਵੀ ਦਰਗਾਹ ਦੇ ਵਿੱਚ ਮਾਣ ਮਿਲੇ, ਦਰਗਾਹ ਮਾਣ ਪਾਵੇ, ਪੱਤ ਸਿਉਂ ਜਾਵੇ, ਇੱਥੋਂ ਜਿੱਤ ਕੇ ਜਾਵੇਗਾ ਤਦੀ ਪੱਤ ਦੇ ਨਾਲ ਜਾਵੇਗਾ।
ਲੇਖਾ ਜਿਨ੍ਹਾਂ ਦਾ ਮੁੱਕ ਜਾਂਦਾ, ਜਿਨ੍ਹਾਂ ਦਾ ਕੋਈ ਲੇਖਾ ਨਹੀਂ ਰਹਿੰਦਾ, ਉਹਨਾਂ ਨੂੰ ਕਿਹਾ ਗਿਆ ਵੀ ਬਾਜੀ ਜਿੱਤ ਕੇ ਗਏ ਨੇ। ਜਿਨ੍ਹਾਂ ਦੇ ਲੇਖੇ ਰਹਿ ਜਾਂਦੇ, ਬਾਜੀ ਹਾਰ ਕੇ ਚਲ ਗਏ। ਸੋ ਰੱਬ ਨੂੰ ਨਾ ਵਿਸਾਰ, ਰੱਬ ਦਾ ਸਿਮਰਨ ਕਰ। ਜੇ ਤੂੰ ਰੱਬ ਦਾ ਸਿਮਰਨ ਕਰੇਗਾ, ਇੱਥੇ ਵੀ ਸੁੱਖ, ਪਰਲੋਕ ਦੇ ਵਿੱਚ ਵੀ ਸੁੱਖ। ਨਹੀਂ ਸਿਮਰਨ ਕਰੇਗਾ, ਕਹਿੰਦੇ ਇੱਥੇ ਵੀ ਦੁੱਖ ਤੇ ਗਾਹਾਂ ਵੀ ਦੁੱਖ। ਸੋ ਦੇਖ ਸਿਮਰਨ ਕਰ, ਨਹੀਂ ਤਾਂ ਤੂੰ ਜਨਮ ਹਾਰ ਕੇ ਹੀ ਇਸ ਸੰਸਾਰ ਤੋਂ ਜਾਵੇਂਗਾ। ਸ਼ਲੋਕ। ਮਨ ਇੱਛਾ ਦਾਨ ਕਰਣ, ਸਰਬਤਰ ਆਸ਼ਾ ਪੂਰਨ। ਹੁਣ ਇੱਛਾਵਾਂ ਬਹੁਤ ਨੇ ਇਨਸਾਨ ਦੀਆਂ, ਥੋੜ੍ਹੀਆਂ ਇੱਛਾਵਾਂ ਨੇ, ਕਿਤੇ ਬੜੀਆਂ ਇੱਛਾਵਾਂ ਨੇ। ਇੱਕ ਇੱਛਾ ਪੂਰੀ ਹੁੰਦੀ ਹੈ, 10 ਇੱਛਾ ਹੋਰ ਖੜੀਆਂ ਹੋ ਜਾਂਦੀਆਂ। ਜਿੱਦਾਂ ਦੀਆਂ ਸਾਡੀਆਂ ਇੱਛਾਵਾਂ ਨੇ, ਇਹਨਾਂ ਦੀ ਕੀਮਤ ਨਹੀਂ ਅਸੀਂ ਦੇ ਸਕਦੇ। ਉਹ ਦਾਨ ਦੇ ਵਿੱਚ ਸਾਡੀਆਂ ਇੱਛਾ ਪੂਰੀਆਂ ਕਰਦਾ। ਦਾਨ ਕਰਨ, ਦਾਨ ਹੀ ਕਰਦਾ, ਕੀਮਤ ਤਾਂ ਦਿੰਦੇ ਨਹੀਂ ਅਸੀਂ। ਜਿਹੜੀ ਚੀਜ਼ ਅਸੀਂ ਕੋਈ ਚੱਕਣੀ, ਕਿਤੇ ਉਹ ਖਰੀਦਣੀ, ਉਹਦੀ ਕੀਮਤ ਦਿੰਦੇ ਹਾਂ। ਹੁਣ ਜਿਹੜੀ ਕਿਸੇ ਕੋਲ ਹੈ ਹੀ ਨਹੀਂ, ਤੁਹਾਨੂੰ ਦੇਵੇ ਕਿੱਥੋਂ? ਉਹ ਫਿਰ ਗੁਰੂ ਕੋਲੋਂ ਮੰਗਦੇ ਸੀ, ਮੇਰਾ ਦੁੱਖ ਘੱਟ ਦਿਓ, ਤੁਸੀਂ ਸੁੱਖ ਦੇ ਦਿਓ। ਦੁੱਖ ਲੈ ਕੇ ਕੋਈ ਸੁੱਖ ਦਿੰਦਾ? ਬੰਦਾ ਨਹੀਂ ਦੇ ਸਕਦਾ। ਦੇ ਸਕਦਾ ਕਹਿਣਾ ਵੀ ਚੰਗਾ ਆ ਮੇਰਾ ਜਿਹੜਾ ਮਕਾਨ ਬਣਿਆ ਮਾੜਾ ਮੋਟੇ 'ਚ ਤੂੰ ਰਹਿ ਲਾ, ਆਪਣੇ ਵਾਲੀ ਕੋਠੀ ਮੈਨੂੰ ਦੇ ਦੇ, ਕੌਣ ਦਊਗਾ? ਇੱਦਾਂ ਕਰ, ਤੂੰ ਜਿਹੜਾ ਲੰਗਰ ਪਾਣੀ ਛਕਦਾ ਇਹ ਮੈਨੂੰ ਦੇ ਦੇ ਤੇ ਆਪ ਭੁੱਖਾ ਰਹਿ ਲਾ, ਕੌਣ ਕਰਦਾ? ਉਹ ਦੁੱਖ ਨਹੀਂ ਕੋਈ ਲੈਣ ਨੂੰ ਤਿਆਰ ਹੁੰਦਾ। ਇੱਥੇ ਦਾ ਸਿਸਟਮ ਇੱਦਾਂ। ਕੋਈ ਦਾਨੀ ਹੋਵੇਗਾ, ਕੋਈ ਦਾਨੀ ਹੋਵੇਗਾ, ਉਹ ਦੁੱਖ ਲੈ ਲੈਂਦਾ, ਕਹਿਣਾ ਆਪਣਾ ਦੁੱਖ ਮੈਨੂੰ ਦੇ ਦੇ, ਮੇਰੇ ਕੋਲੋਂ ਸੁੱਖ ਤੂੰ ਲੈ ਲੈ, ਮੈਂ ਭੁੱਖਾ ਰਹਿ ਕੇ ਗੁਜ਼ਾਰਾ ਕਰ ਲੂੰ। ਆ ਕਬੀਰ ਸਾਹਿਬ ਦੇ ਸੰਬੰਧ ਵਿੱਚ ਜ਼ਿਕਰ ਆਉਂਦੇ ਆ, ਉਹਨਾਂ ਦਾ ਜਿਹੜਾ ਜੀਵਨ ਸੀਗਾ, ਉਹਨਾਂ ਦੀ ਬਾਣੀ ਵਿੱਚ ਉਹਨਾਂ ਦੇ ਜੀਵਨ ਦੀ ਵੀ ਝਲਕ ਮਿਲਦੀ ਹੈ। ਜਦੋਂ ਮਾਤਾ ਲੋਈ ਦੀ ਸ਼ਿਕਾਇਤ ਹੁੰਦੀ ਸੀ, ਕਹਿੰਦੇ ਹਮ ਕੋ ਚਾਵਲ ਉਨ ਕੋ ਰੋਟੀ। ਰੋਟੀਆਂ ਤਾਂ ਆਪਣੇ ਲਈ ਬਣਾਈਆਂ ਸੀ। ਕੋਈ ਸਾਧੂ ਮਹਾਤਮਾ ਆ ਗਏ, ਕਬੀਰ ਕਹਿੰਦਾ ਲਿਆਓ ਵੀ ਲੰਗਰ ਛਕਾਓ, ਸ਼ਾਦਾ ਉਹਨਾਂ ਨੂੰ ਛਕਾਤਾ। ਆਪਣੇ ਲਈ ਕੀ ਬਚਿਆ? ਕਹਿੰਦੇ ਆਪਣੇ ਲਈ ਕੁਛ ਖਤਮ। ਛੋਲੇ ਰੱਖੇ ਹੁੰਦੇ ਸੀਗੇ ਨਾ, ਆਪਣਾ ਦੁੱਖ ਲੈਣਾ ਤੇ ਆਪਣਾ ਸੁੱਖ ਦੂਜੇ ਨੂੰ ਦੇਣਾ। ਸੋ ਇਹ ਤਾਂ ਹੁਣ ਗੁਰੂ ਕਰ ਸਕਦਾ, ਜਾਂ ਗੁਰੂ ਦਾ ਸਿੱਖ, ਗੁਰੂ ਦਾ ਪਿਆਰਾ, ਰੱਬ ਦਾ ਭਗਤ ਕਰ ਸਕਦਾ। ਆਪ ਥੱਲੇ ਸੌਣਾ ਤੇ ਜਿਹੜੇ ਸੰਤ ਮਹਾਤਮਾ ਰਾਹਗੀਰ ਮੁਸਾਫਿਰ ਕਰਵਾਏ, ਉਹਨਾਂ ਨੂੰ 4 ਪੈਸੇ ਦੇਣੇ ਤੇ ਆਪ ਥੱਲੇ ਭੁੰਜੇ ਸੌਂ ਕੇ ਗੁਜ਼ਾਰਾ ਕਰ ਲੈਣਾ। ਆਪਣਾ ਸਿਰ ਘਟਾਉਣਾ, ਦੂਜੇ ਦਾ ਧਰਮ ਬਚਾਉਣਾ ਗੁਰੂ ਹੀ ਕਰ ਸਕਦਾ। ਆਪਣੇ ਬੱਚਿਆਂ ਦੀ ਕੁਰਬਾਨੀ ਕਰ ਦੇਣੀ ਕੌਣ ਕਰ ਸਕਦਾ? ਕਿੰਨੇ ਦੁੱਖ ਝੇਲੇ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੁੱਖ ਦੇਣ ਵਾਸਤੇ, ਉਹੀਓ ਕਰ ਸਕਦਾ। ਇਹ ਦਾਨ ਦੇ ਵਿੱਚ ਹੀ ਹੈ। ਸੋ ਉਹ ਦਾਨ ਵਿੱਚ ਦਿੰਦਾ ਸਾਨੂੰ। ਜਦੋਂ ਅਸੀਂ ਮਹਾਰਾਜ ਨੂੰ ਕਹਿੰਦੇ ਸੱਚੇ ਪਾਤਸ਼ਾਹ ਆਹ ਦੁੱਖ ਨੇ ਘੇਰ ਲਿਆ, ਉਦੋਂ ਮਹਾਰਾਜ ਨੇ ਕਿਹਾ ਵੀ ਬਾਣੀ ਵਿੱਚ, ਭਾਈ ਦੁੱਖ ਨੂੰ ਭੋਗ ਲਿਆ ਕਰ, ਬਿਲ ਕਿਆ ਨਾ ਕਰ, ਤੇਰਾ ਹੀ ਕੀਤਾ ਹੋਇਆ, ਤੇਰਾ ਹੀ ਬੀਜਿਆ, ਵੱਢ ਕੇ ਖਾ। ਹੁਣ ਕਿਉਂ ਮਾੜਾ ਕਰਮ ਕੀਤਾ? ਨਹੀਂ ਸਾਡੇ ਕੋਲ ਖਾਧਾ ਜਾਂਦਾ। ਦੁਖੀ ਹੁੰਦੇ, ਬਿਲਕਦੇ ਹਾਂ, ਤਪਦੇ ਹਾਂ, ਬਿਲਕਦੇ ਹਾਂ। ਅਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇਖੋ ਦੁੱਖ ਕੱਟ ਦੇ ਸੁੱਖ ਦਿੰਦੇ, ਉਹ ਦਾਨ ਹੈ। ਸਾਡੀ ਔਕਾਤ ਨਹੀਂ ਹੈ, ਔਕਾਤ ਥੋੜ੍ਹੀ ਹੈ ਸਾਡੀ ਵੀ ਅਸੀਂ ਹੱਕ ਨਾ ਮੰਗੀਏ, ਦੇਵ ਮਹਾਰਾਜ ਮੇਰਾ ਦੁੱਖ ਮੈਂ ਨਹੀਂ ਭੋਗਣਾ। ਭਾਈ ਤੇਰਾ ਹੀ ਹੈ, ਤੂੰ ਹੀ ਭੋਗਣਾ, ਹੋਰ ਕਿਹਨੇ ਭੋਗਣਾ? ਫਿਰ ਜਦੋਂ ਬਿਲਕ ਕੇ ਕਰਦਾ ਹੈ ਨਾ, ਫਿਰ ਦੁੱਖ ਇਹਦਾ ਕੱਟਿਆ ਜਾਂਦਾ। ਦਾਨ ਫਿਰ ਉਹ ਸਾਨੂੰ ਸੁੱਖ ਦੇ ਵਿੱਚ ਦਿੰਦਾ। ਦਾਨ ਵਿੱਚ ਤਾਂ ਸਭ ਕੁਝ ਦੇ ਦਿੰਦਾ। ਅਤੇ ਦਾਨ ਉਹੀਓ ਕਰ ਸਕਦਾ ਹੈ, ਉਹੀਓ ਕਰ ਸਕਦਾ ਦਾਨ, ਕਿਉਂਕਿ ਉਹਦੇ ਕੋਲ ਬਹੁਤਾਤ ਹੈ। ਉਹਦੇ ਕੋਲ ਸੁੱਖਾਂ ਦੀ ਬਹੁਤਾਤ ਹੈ। ਕਿਹੜੀ ਚੀਜ਼ ਦੀ ਕਮੀ ਉਹਦੇ ਕੋਲ? ਉਹਦੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਇਸ ਕਰਕੇ ਸਾਨੂੰ ਦਾਨ ਦਿੰਦਾ। ਦਾਨ ਲੈਣੇ ਵਾਲਾ ਬਣ ਜਾ। ਭਿਖਾਰੀ ਨੂੰ ਵੀ ਦਾਨ ਦਿੱਤਾ ਜਾਂਦਾ ਹੈ। ਭਿਖਾਰੀ ਬਣ ਜਾਊਗਾ ਤਾਂ ਦਾਨ ਮਿਲ ਜਾਊ। ਜੇ ਭਿਖਾਰੀ ਨਹੀਂ ਬਣੇਗਾ, ਦਾਨ ਨਹੀਂ ਮਿਲ ਸਕਦਾ। ਹਮ ਭੀਖ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ ਹੋ, ਦਿਆਲ ਦਾਨ ਦੇ ਹੋ, ਮੰਗਤ ਜਨ ਕੋ। ਉਹ ਦਾਨ ਦਿੰਦਾ। ਫਿਰ ਮਹਾਰਾਜ ਪਾਤਸ਼ਾਹ ਕਿਰਪਾ ਕਰਦੇ, ਕਹਿੰਦੇ ਮਨ ਇੱਛਾ, ਜਿਹੜੀਆਂ ਮਨ ਦੀਆਂ ਇੱਛਾਵਾਂ ਹੁੰਦੀਆਂ, ਅਸੀਂ ਮਨ ਦੀਆਂ ਇੱਛਾਵਾਂ ਕਿਸੇ ਵੀ ਕੀਮਤ 'ਤੇ ਪੂਰੀਆਂ ਨਹੀਂ ਕਰ ਸਕਦੇ ਹਾਂ। ਫਿਰ ਜਦੋਂ ਉਹਦੇ ਕੋਲ ਅਸੀਂ ਬੇਨਤੀ ਕਰਦੇ ਹਾਂ, ਉੱਥੇ ਮਹਾਰਾਜ ਕਹਿੰਦੇ ਦਾਨ ਕਰਣ, ਉਹ ਮਨ ਦੀ ਇੱਛਾ ਪੂਰੀ ਕਰਦਾ। ਉਹਦਾ ਦਾਨ ਸਮਝਿਆ ਕਰੋ ਜਦੋਂ ਮਨ ਦੀ ਇੱਛਾ ਪੂਰੀ ਹੁੰਦੀ ਹੈ। ਇਹ ਨਹੀਂ ਕਹਿਣਾ ਮੈਂ ਇੰਨੀ ਬਾਣੀ ਪੜ੍ਹ ਲਈ ਤਾਂ ਮਨ ਦੀ ਇੱਛਾ
ਪੂਰੀ ਹੋ ਗਈ। ਅਖੰਡ ਪਾਠ ਕਰਾਤਾ, ਲੰਗਰ ਕਰਾਤਾ, ਸਹਿਜ ਪਾਠ ਕਰ ਲਿਆ ਤਾਂ ਇੱਛਾ ਪੂਰੀ ਹੋ ਗਈ। ਨਾ ਬਈ, ਕੀਮਤ ਬਣ ਜਾਂਦੀ ਹੈ। ਜਦੋਂ ਉਹ ਦਿੰਦਾ, ਉਹਦੀਆਂ ਦਾਤਾਂ ਦੀ ਕੋਈ ਕੀਮਤ ਨਹੀਂ ਹੁੰਦੀ ਹੈ। ਸੋ ਮਨ ਇੱਛਾ, ਮਨ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਦਾ, ਉਹਦੀ ਦਾਤ ਹੈ। ਅਸੀਂ ਕੀਮਤ ਨਹੀਂ ਦੇ ਸਕਦੇ। ਕਹਿੰਦੇ ਸਰਬਤਰ ਆਸਾ ਪੂਰਨ, ਫਿਰ ਉਹ ਹਰ ਇੱਕ ਤਰ੍ਹਾਂ ਦੀ ਆਸ ਪੂਰੀ ਕਰ ਦਿੰਦਾ ਹੈ। ਜੇ ਅਸੀਂ ਕਹੀਏ ਨਾ ਪਰਲੋਕ ਦੀ ਗੱਲ ਕਰੀਏ, ਉਹ ਪਰਲੋਕ ਦੀਆਂ ਦਾਤਾਂ ਦੇ ਕੇ ਵੀ ਇੱਛਾ ਪੂਰੀ ਕਰ ਦਿੰਦਾ। ਮਹਾਰਾਜ ਲੇਖਿਆਂ ਵਿੱਚ ਨਹੀਂ ਛੁੱਟ ਹੋਣਾ। ਬੇਨਤੀ ਕਰੀਏ ਨਾ ਜੇ ਮਹਾਰਾਜ ਨੂੰ, ਮਹਾਰਾਜ ਸੱਚੇ ਪਾਤਸ਼ਾਹ ਲੇਖੇ ਕਦੇ ਨਾ ਕੁਛ ਛੁੱਟ ਹੀ, ਲੇਖਿਆਂ ਵਿੱਚ ਤਾਂ ਮੇਰਾ ਛੁਟਕਾਰਾ ਹੀ ਨਹੀਂ ਹੈ। ਖਿਨ ਖਿਨ ਭੁੱਲਣਹਾਰ, ਉਹ ਵੀ ਦਾਤ ਦੇ ਦਿੰਦਾ। ਕਹਿੰਦੇ ਜਾਂ ਤੇਰਾ ਲੇਖਾ ਹੀ ਨਹੀਂ ਕੋਈ ਹੋਵੇਗਾ। ਇੱਦੋਂ ਵੱਡਾ ਦਾਤਾ ਹੋਰ ਕਿਹੜਾ ਹੋ ਸਕਦਾ? ਹੋ ਹੀ ਨਹੀਂ ਸਕਦਾ ਇੱਦੋਂ ਵੱਡਾ ਦਾਤਾ। ਇਸ ਕਰਕੇ ਕਹਤਾ ਮਨ ਇੱਛਾ ਦਾਨ ਕਰਣ, ਸਰਬਤਰ ਆਸਾ ਪੂਰਨ, ਖੰਡਣ ਕਲ ਕਲੇਸ਼ ਹੈ ਨਾ। ਕਲਾ ਕਲੇਸ਼, ਕਲਾ ਕਲੇਸ਼ ਤਾਂ ਭਾਈ ਖੰਡ ਖੰਡ ਕਰ ਦਿੰਦਾ, ਟੁਕੜੇ ਟੁਕੜੇ ਕਰ ਦਿੰਦਾ। ਘਰ ਚੰਗਾ ਭਲਾ ਵਸਦਾ ਰਸਦਾ, ਕਲਾ ਕਲੇਸ਼ ਪੈ ਗਿਆ, ਘਰ ਦੇ ਟੁਕੜੇ ਟੁਕੜੇ ਹੋ ਜਾਣੇ ਜੀ। ਸੋ ਪਰਿਵਾਰਾਂ ਨੂੰ ਤੋੜ ਦਿੰਦਾ। ਸਮਾਜ, ਜਥੇਬੰਦੀਆਂ, ਧਾਰਮਿਕ ਸਥਾਨ, ਕਿੱਥੇ ਜਿੱਥੇ ਕਲਾ ਕਲੇਸ਼ ਆ ਗਏ ਉੱਥੇ ਖੰਡ 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 ਕਰ ਦਿੰਦਾ, ਤੋੜ ਕੇ ਰੱਖ ਦਿੰਦਾ। ਪਰ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਤੇਰਾ ਸਿਮਰਨ ਹੈ, ਤੇਰੀ ਯਾਦ ਹੈ, ਇਹ ਕਲਾ ਕਲੇਸ਼ ਨੂੰ ਖੰਡ ਖੰਡ ਕਰ ਦਿੰਦਾ, ਕਲਾ ਕਲੇਸ਼ ਦੇ ਟੁਕੜੇ ਟੁਕੜੇ ਕਰ ਦਿੰਦਾ। ਕਹਿੰਦੇ ਖੰਡਣ ਕਲ ਕਲੇਸ਼ ਹੈ ਪ੍ਰਭ ਸਿਮਰ, ਨਾਨਕ ਨੈ ਦੂਰਣਾ। ਭਾਈ ਕਲਾ ਕਲੇਸ਼ ਛੱਡੀ। ਸੋ ਐਡੇ ਬਲਵਾਨ ਨੇ, ਅਤੇ ਰੱਬ ਨੂੰ ਚੇਤੇ ਕਰਾਂਗਾ ਅਤੇ ਰੱਬ ਨੂੰ ਆਉਂਦਿਆਂ ਦੇਰੀ ਨਾ ਲੱਗ ਜਾਵੇ ਕਿਤੇ। ਇਹ ਕਲਾ ਕਲੇਸ਼ ਮੇਰੇ ਨਾਲ ਕਿਤੇ ਭੜਥਾ ਨਾ ਬਣਾ ਦੇਣ, ਮੇਰੇ ਮੰਦੀ ਹਾਲਤ ਨਾ ਹੋ ਜਾਵੇ ਕਿਤੇ। ਕਹਿੰਦੇ ਨਾ ਦੂਰਣਾ, ਕਹਿੰਦੇ ਬਸ ਚੇਤੇ ਕਰਨਾ ਅਤੇ ਯਾਦ ਕਰਨਾ। ਜਦੋਂ ਹੀ ਇੱਧਰੋਂ ਯਾਦ ਕੀਤਾ, ਜਿੱਦਾਂ ਲਾਈਟ ਦਾ ਸੁੱਚ ਔਨ ਕਰਦੇ ਤਾਂ ਉਸੇ ਵਕਤ ਚਾਨਣ ਹੁੰਦਾ। ਇੱਧਰੋਂ ਜੇ ਯਾਦ ਕੀਤੀ ਨਾਲ ਹੀ ਕਲਾ ਕਲੇਸ਼ ਭੱਜ ਗਿਆ ਜੀ। ਸੋ ਇਹ ਆ ਦੂਰ ਨਹੀਂ ਨਾ, ਕਿਉਂਕਿ ਆਪਾਂ ਸ਼ੀਸ਼ੇ ਦੇ ਮੂਹਰੇ ਖੜ੍ਹਦੇ, ਉਸੇ ਵਕਤ ਫੋਟੋ ਬਣਦੀ ਸ਼ੀਸ਼ੇ ਦੇ ਵਿੱਚ, ਦੇਰੀ ਥੋੜ੍ਹੀ ਲੱਗਦੀ। ਇਸੇ ਤਰ੍ਹਾਂ ਜਦੋਂ ਹੀ ਯਾਦ ਕੀਤਾ ਉਸੇ ਵਕਤ ਕਲਾ ਕਲੇਸ਼ ਖੰਡ ਖੰਡ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਮਿਟ ਜਾਂਦੇ, ਇਹਨਾਂ ਦਾ ਵਜੂਦ ਹੀ ਨਹੀਂ ਕੋਈ ਰਹਿੰਦਾ। ਹਜ਼ੂਰ ਕਹਿੰਦੇ ਨੇ ਹਬ ਰੰਗ ਮਾਣ ਜਿਸ ਸੰਗ, ਤੈਸਿਉ ਲਾਈਐ ਨੇਹ। ਭਾਈ ਜਿਹਦੇ ਨਾਲ ਰਹਿ ਕੇ ਸਾਰੇ ਸੁੱਖ ਪ੍ਰਾਪਤ ਕੀਤੇ ਜਾ ਸਕਦੇ ਨੇ, ਉਹਨੇ ਹਬ ਰੰਗ ਮਾਣ ਹੈ ਜਿਸ ਸੰਗ, ਉਹ ਜੇ ਨਾਲ ਹੈ ਹਰ ਇੱਕ ਤਰ੍ਹਾਂ ਦੀ ਖੁਸ਼ੀ ਨੂੰ ਮਾਣਿਆ ਜਾ ਸਕਦਾ। ਹੁਣ ਖੁਸ਼ੀਆਂ ਤਾਂ ਮਿਲਦੀਆਂ, ਸਾਰੇ ਜਾਣੇ ਖੁਸ਼ੀਆਂ ਨੂੰ ਮਾਣ ਨਹੀਂ ਸਕਦੇ। ਇੱਛਾ ਪੂਰੀ ਹੋ ਗਈ, ਦਾਤ ਮਿਲ ਗਈ, ਅਤੇ ਉਹ ਸਾਰੇ ਜਾਣੇ ਉਸ ਦਾਤ ਨੂੰ ਮਾਣ ਵੀ ਨਹੀਂ ਸਕਦੇ, ਭੋਗ ਵੀ ਨਹੀਂ ਸਕਦੇ। ਜਾਂ ਉਮਰ ਮੁੱਕ ਗਈ, ਜਾਂ ਉਹ ਦਾਤ ਨੂੰ ਲੈ ਕੇ ਤਾਂ ਲੜਾਈ ਝਗੜਾ ਪੈ ਗਿਆ। ਮਾਇਆ ਮੰਗੀ, ਮਾਇਆ ਘਰ 'ਚ ਆ ਗਈ, ਮਾਇਆ ਨਾਲ ਲੜਾਈ ਪੈ ਗਈ। ਹੁਣ ਕਿਹਨੂੰ ਆਨੰਦ ਮਿਲਿਆ ਮਾਇਆ ਦਾ? ਮਿਲਿਆ ਕਿਸੇ ਨੂੰ ਨਹੀਂ ਮਿਲਿਆ, ਉਹ ਆਪਸ ਵਿੱਚ ਲੜਦੇ ਭਿੜਦੇ ਰਹਿ ਗਏ। ਜਦੋਂ ਖੁਸ਼ੀ ਮਿਲਦੀ ਹੈ, ਉਸ ਖੁਸ਼ੀ ਨੂੰ ਮਾਨਣਾ, ਉਹਦੀ ਕਿਰਪਾ ਹੋਵੇ ਤਾਂ ਖੁਸ਼ੀ ਮਾਣੀ ਜਾ ਸਕਦੀ, ਤਾਂ ਖੁਸ਼ੀ ਵੀ ਗਮੀ ਦੇ ਵਿੱਚ ਬਦਲ ਜਾਂਦੀ, ਨਹੀਂ ਮਾਣੀ ਜਾ ਸਕਦੀ ਹੈ। ਸੋ ਇਸ ਕਰਕੇ ਉਹਦਾ ਸਿਮਰਨ ਕਰ। ਜੇ ਖੁਸ਼ੀ ਮਿਲੇ ਤੇ ਤੂੰ ਮੇਰੇ ਨਾਲ ਨਹੀਂ, ਤਦ ਕਰਕੇ ਇਸ ਮੈਂ ਖੁਸ਼ੀ ਦਾ ਆਨੰਦ ਮਾਣ ਸਕਾਂ। ਤੂੰ ਸੁੱਖ ਦੇਵੇਂ, ਤੂੰ ਮੇਰੇ ਨਾਲ ਹੋਵੇਂ, ਭਾਵ ਸੁੱਖ ਦੇ ਵਿੱਚ ਵੀ ਉਸਨੂੰ ਚੇਤੇ ਕਰਨਾ। ਸੁੱਖ ਦੇ ਵਿੱਚ ਜਿਹੜੇ ਉਸਨੂੰ ਚੇਤੇ ਕਰਦੇ ਨੇ ਉਹੀ ਸੁੱਖ ਦਾ ਆਨੰਦ ਮਾਣ ਸਕਦੇ ਨੇ। ਜਿਹੜੇ ਸੁੱਖ ਦੇ ਵਿੱਚ ਚੇਤੇ ਨਹੀਂ ਕਰਦੇ, ਉਹ ਸੁੱਖ ਦਾ ਕਦੀ ਆਨੰਦ ਨਹੀਂ ਮਾਣ ਸਕਦੇ। ਸੋ ਇਹ ਪ੍ਰਭੂ ਕਿਰਪਾ ਕਰੋ ਸੱਚੇ ਪਾਤਸ਼ਾਹ ਜੀਓ। ਸੋ ਤੇਰੀ ਸੰਗਤਾ ਮੇਰੇ ਨਾਲ, ਮੈਂ ਤੇਰੇ ਨਾਲ ਰਹਾਂ, ਤਦ ਕਰਕੇ ਤੇਰੀਆਂ ਖੁਸ਼ੀਆਂ ਦਾ ਮੈਂ ਆਨੰਦ ਮਾਣ ਸਕਾਂ। ਤੈਸਿਉ ਲਾਈਐ ਨੇਹ, ਉਹਦੇ ਨਾਲ ਸੰਗਤਾ ਕਿੱਦਾਂ ਹੁੰਦੀ ਹੈ? ਵੀ ਰੱਬ ਦਾ, ਉਹਦਾ ਤਾਂ ਆਕਾਰ ਹੀ ਕੋਈ ਨਹੀਂ ਹੈ।
ਹੈ ਨਾ, ਉਹ ਦਿਸਦਾ ਹੀ ਨਹੀਂ, ਉਹਦੇ ਨਾਲ ਕਿੱਦਾਂ ਸੰਗ ਕਿੱਦਾਂ ਰਿਹਾ ਜਾ ਸਕਦਾ। ਬਈ ਇੱਕੋ ਹੀ ਹੈ, ਕਹਿੰਦੇ ਪਿਆਰ ਪਾਓ। ਜ਼ਰੂਰੀ ਥੋੜ੍ਹੀ ਵੀ ਕੋਲ ਕੋਲ ਬਹਿਣਾ ਤਦੇ ਹੀ ਸੰਗਤਾ ਆ, ਨੇੜਤਾ ਆ। ਪਿਆਰ ਹੋਵੇ ਨਾ, ਪਿਆਰ ਭਾਵੇਂ ਜਿੰਨੀ ਮਰਜ਼ੀ ਦੂਰੀ ਹੋਵੇ, ਸੰਗਤਾ ਬਣੀ ਰਹਿੰਦੀ। ਹੁਣ ਬਬੀਹਾ ਆ, ਬਬੀਹੇ ਦਾ ਪਿਆਰ ਬੱਦਲਾਂ ਦੇ ਨਾਲ ਹੈ। ਬੱਦਲ ਤਾਂ ਆਸਮਾਨ ਦੇ ਵਿੱਚ ਹੈ, ਉਹ ਥੱਲੇ ਹੈ। ਮੋਰ ਹੈ, ਮੋਰ ਬਬੀਹੇ ਬੋਲਦੇ, ਵੇਖ ਬੱਦਲ ਕਾਲੇ। ਕਦੀ ਮੋਰਾਂ ਦਾ ਬੱਦਲਾਂ ਦੇ ਨਾਲ ਮੇਲ ਹੋਇਆ, ਕਦੀ ਬਬੀਹੇ ਦੇ ਨਾਲ ਬੱਦਲਾਂ ਦੇ ਨਾਲ ਮੇਲ ਹੋਇਆ। ਪਰ ਜਦੋਂ ਉਹਨਾਂ ਨੂੰ ਦੇਖਦਾ ਵੀ ਬੱਦਲ ਆ ਗਏ ਵੀ ਹੁਣ ਮੀਂਹ ਪੈ ਜਾਣਾ, ਤੇ ਖੁਸ਼ ਹੁੰਦੇ ਨੇ। ਬਸ ਉਹ ਜਿਹੜਾ ਮੀਂਹ ਆ ਉਹਦੇ ਨਾਲ ਮੇਲ ਹੈ, ਬੱਦਲਾਂ ਦੇ ਨਾਲ ਕਦੀ ਮੇਲ ਨਹੀਂ। ਚਕੋਰ ਹੈ, ਚਕੋਰ ਦਾ ਪਿਆਰ ਚੰਦ ਦੇ ਨਾਲ, ਕਦੀ ਚੰਦ ਦਾ ਚਕੋਰ ਦੇ ਨਾਲ ਮੇਲ ਨਹੀਂ ਹੋਇਆ, ਹੋ ਹੀ ਨਹੀਂ ਸਕਦਾ। ਉਹਦਾ ਚੰਦ ਦੀ ਰਿਹਾਇਸ਼ ਆਸਮਾਨ ਦੇ ਵਿੱਚ ਹੈ, ਅਤੇ ਚਕੋਰ ਧਰਤੀ 'ਤੇ ਹੈ। ਬਸ ਉਹਦੀ ਜਿਹੜੀ ਚਾਨਣੀ ਆ, ਦੇਖ ਦੇਖ ਕੇ ਹੀ ਉਹ ਚਾਨਣੀ ਜਦੋਂ ਉਹਨੂੰ ਮਿਲਦੀ ਹੈ, ਉਹਦੇ ਨਾਲ ਉਹਦਾ ਪਿਆਰ ਹੈ। ਇਹ ਜ਼ਰੂਰੀ ਨਹੀਂ ਵੀ ਕੋਲ ਹੋ ਕੇ ਪਿਆਰ ਹੁੰਦਾ, ਨਹੀਂ, ਜ਼ਰੂਰੀ ਹੈ ਦੂਰ ਰਹਿ ਕੇ ਵੀ ਯਾਦ ਦੇ ਨਾਲ ਪਿਆਰ ਕੀਤਾ ਜਾ ਸਕਦਾ। ਇੱਥੇ ਮਹਾਰਾਜ ਇਹੀ ਸਾਨੂੰ ਸਮਝਾਉਂਦੇ ਪਏ ਨੇ ਸੱਚੇ ਪਾਤਸ਼ਾਹ ਜੀ। ਕਹਿੰਦੇ ਭਾਈ ਤੈਸਿਓ ਲਾਈਐ ਨੇ ਸੰਗਤਾ ਕਿੱਦਾਂ ਹੁੰਦੀ ਹੈ। ਕਹਿੰਦੇ ਪਿਆਰ ਪਾ ਲਓ, ਪਿਆਰ ਦੇ ਨਾਲ ਗੁਰੂ ਹਰ ਵਕਤ ਨੇੜੇ ਦਿਸਦਾ। ਸਦਾ ਅੰਗ ਸੰਗੇ ਵਾਲੀ ਅਵਸਥਾ ਬਣ ਜਾਂਦੀ ਪਿਆਰ ਦੇ ਨਾਲ। ਸੋ ਸਾਹੋ ਬਿੰਦ ਨਾ ਬਿਸਰਾਓ। ਬਿੰਦ ਥੋੜ੍ਹਾ ਜਿੰਨਾ ਸਮਾਂ ਵੀ, ਸੌ ਹੁੰਦਾ ਮਾਲਕ, ਉਸ ਮਾਲਕ ਨੂੰ ਥੋੜ੍ਹਾ ਜਿੰਨਾ ਸਮਾਂ ਵੀ ਨਾ ਬਿਸਰੋ। ਇੰਨਾ ਹੀ ਸਮਝ ਲਿਆ ਕਰੋ ਜਿਨ ਸੁੰਦਰ ਰਚਿਆ ਦੇ, ਜਿਹਨੇ ਐਡਾ ਸੋਹਣਾ ਸਰੀਰ ਰਚ ਦਿੱਤਾ, ਸਾਨੂੰ ਇਸ ਸਰੀਰ ਦੇ ਮਾਲਕ ਬਣਾ ਦਿੱਤਾ। ਸਰੀਰ ਰਚਣੇ ਵਾਲਾ ਉਹ ਹੈ, ਅਤੇ ਸਰੀਰ ਦੀ ਦਾਤ ਸਾਨੂੰ ਦਾਨ ਵਿੱਚ ਦੇ ਦਿੱਤੀ। ਵਰਤਦੇ ਅਸੀਂ ਹੈ, ਰਚਿਆ ਉਹਨੇ ਹੈ, ਵਰਤਦੇ ਅਸੀਂ ਪਏ। ਇਸ ਜੀ ਦਾ ਅਤੇ ਇਸ ਸਰੀਰ ਦਾ ਮਾਲਕ ਉਹ ਹੈ, ਉਹ ਮਾਲਕ। ਉਹਨੂੰ ਬਸ ਇੰਨਾ ਚਿੱਤੇ ਰੱਖ ਤੂੰ। ਸੋ ਬੜੀ ਕਿਰਪਾ, ਬੜੀ ਰਹਿਮਤ ਫਿਰ ਹੁੰਦੀ ਆ। ਪਾਤਸ਼ਾਹ ਕਹਿੰਦੇ ਪੌੜੀ, ਜੀਓ ਪ੍ਰਾਣ ਜਿੰਦ ਪ੍ਰਾਣ ਤਨ ਧਨ ਦੀਆ ਦੀਨੇ ਰਸ ਭੋ। ਦੇਖੋ ਉਸਨੇ ਇਹ ਜਿੰਦ ਦਿੱਤੀ, ਪ੍ਰਾਣ ਦਿੱਤੇ, ਤਨ ਦਿੱਤਾ, ਧਨ ਦਿੱਤਾ, ਦੀਨੇ ਰਸ ਭੋਗ। ਹੁਣ ਸਰੀਰ ਦੇ ਦਿੱਤਾ, ਅਤੇ ਇਹਨੂੰ ਜੇ ਰਸ ਭੋਗ ਹੀ ਨਾ ਦੇਵੇ, ਪਦਾਰਥ ਹੀ ਨਾ ਦੇਵੇ ਖਾਣ ਪੀਣ ਵਾਲੇ, ਤਾਂ ਫਿਰ ਸਰੀਰ ਕਿਵੇਂ ਜੀਵਤ ਰਹਿ ਸਕਦਾ। ਅੰਨ ਪਾਣੀ ਤਾਂ ਜ਼ਰੂਰੀ ਹੈ ਨਾ, ਅੰਨ ਪਾਣੀ ਪ੍ਰਾਣਾਂ ਦਾ ਆਧਾਰ ਹੈ, ਉਹ ਦਿੰਦਾ। ਫਿਰ ਇਹਨੇ ਰਸਦਾਇਕ ਪਦਾਰਥ ਜੇ ਉਹਨੇ ਬਣਾਏ ਹੋਏ ਨੇ, ਅਤੇ ਉਹਨਾਂ ਰਸਾਂ ਨੂੰ ਭੋਗਣ ਦੀ ਸਮਰੱਥਾ ਵੀ ਦਿੱਤੀ ਹੋਈ ਹੈ। ਉਹ ਜਿੱਦਾਂ ਦਾ ਵੀ ਰਸ ਹੈ, ਇੱਕ ਜ਼ਬਾਨ ਉਸਨੇ ਇੱਦਾਂ ਦੀ ਦੇ ਦਿੱਤੀ ਹੈ, ਉਹ ਹਰ ਇੱਕ ਰਸ ਨੂੰ ਦੱਸ ਸਕਦੀ ਹੈ। ਇਹ ਸ਼ਕਤੀ ਕਿਹਦੀ ਦਿੱਤੀ ਹੋਈ ਹੈ। ਰਸਨਾ ਦੇ ਵਿੱਚ ਸ਼ਕਤੀ ਤਾਂ ਉਸੇ ਦੀ ਹੀ ਦਿੱਤੀ। ਜੇ ਦੁਨਿਆਵੀ ਖਾਣ ਪੀਣ ਵਾਲੇ ਪਦਾਰਥਾਂ ਦਾ ਸਵਾਦ ਇਹ ਰਸਨਾ ਦੱਸ ਸਕਦੀ ਹੈ, ਇਹ ਬਾਣੀ ਦਾ ਵੀ ਸਵਾਦ ਦੱਸ ਸਕਦੀ ਹੈ, ਦੱਸ ਸਕਦੀ ਹੈ ਸਵਾਦ। ਇਹਦੋਂ ਧਿਆਨ ਨਹੀਂ ਦਿੱਤਾ, ਧਿਆਨ ਨਹੀਂ ਦਿੱਤਾ। ਧਿਆਨ ਦੇਈਏ ਤਾਂ ਸਵਾਦ ਦੱਸਦੀ ਹੈ। ਸੋ ਦੱਸਦੀ ਸਵਾਦ ਦੱਸਿਆ ਨਹੀਂ ਜਾਂਦਾ, ਮਾਣਦੀ ਕਹਿ ਸਕਦੇ। ਰਸਨਾ ਸਵਾਦ ਮਾਣਦੀ ਦੱਸ ਨਹੀਂ ਸਕਦੀ। ਇਹ ਬਾਣੀ ਦਾ ਸਵਾਦ ਜਿਹੜਾ ਮਾਣਦੀ, ਆਨੰਦ ਮਾਣਦੀ। ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੋ ਕਿਆ ਕਹੀਏ, ਉਸ ਰਸ ਨੂੰ ਮਾਣਦੀ ਹੈ। ਦੁਨਿਆਵੀ ਰਸ ਦੱਸੇ ਜਾ ਸਕਦੇ ਨੇ, ਜਿਹੜਾ ਇਹ ਬਾਣੀ ਦਾ ਬੰਦਗੀ ਦਾ ਰਸ ਹੈ, ਮਾਣਿਆ ਤਾਂ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ, ਕਿਉਂਕਿ ਦਿਸਦਾ ਨਹੀਂ ਹੈ। ਬਾਕੀ ਰਸ ਸਾਰੇ ਦਿਸਦੇ ਨੇ, ਇਸ ਕਰਕੇ ਦੱਸੇ ਜਾ ਸਕਦੇ ਨੇ। ਇਹ ਰਸ ਨਹੀਂ ਦਿਸਦਾ, ਦੱਸਿਆ ਨਹੀਂ ਜਾ ਸਕਦਾ, ਮਾਣਿਆ ਜਾ ਸਕਦਾ ਹੈ। ਹੋਰ ਰਸਨਾ ਨੂੰ ਇਹ ਗੁਣ ਦਿੱਤਾ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਨੇ। ਗ੍ਰਹਿ ਮੰਦਰ, ਹਾਂਜੀ, ਗ੍ਰਹਿ ਮੰਦਰ, ਛੋਟੇ ਘਰ ਵੱਡੇ ਘਰ, ਗ੍ਰਹਿ ਮੰਦਰ। ਰਥ ਆਸ ਦੀਏ ਰਚ ਭਲੇ ਸੰਜੋ। ਰੱਥ ਦਿੱਤੇ, ਹਾਂਜੀ, ਘੋੜੇ ਦਿੱਤੇ, ਭਲਾ ਸੰਜੋਗ ਰਚਿਆ। ਜਦੋਂ ਕੋਈ ਚੀਜ਼ ਦਿੰਦਾ ਉਹਦਾ ਸੰਜੋਗ ਬਣਦਾ। ਦੋ ਹੀ ਤਾਂ ਤਾਕਤਾਂ ਨੇ, ਇੱਕ ਸੰਜੋਗ ਦੀ ਹੈ, ਇੱਕ ਵਿਜੋਗ ਦੀ ਹੈ। ਮਹਾਰਾਜ ਕਹਿੰਦੇ ਸੰਜੋਗ ਵਿਜੋਗ ਦੋਇ ਕਾਰ ਚਲਾਵੈ। ਕਹਿੰਦੇ ਸੰਸਾਰ ਦੀ ਸਾਰੀ ਕਾਰ ਆ ਨਾ, ਜਿਹੜੀ ਸਿਸਟਮ ਸੰਸਾਰ ਦਾ, ਇਹ ਦੋ ਤਾਕਤਾਂ ਚਲਾਉਂਦੀਆਂ, ਇੱਕ ਸੰਜੋਗ ਦੀ, ਇੱਕ ਵਿਜੋਗ ਦੀ ਹੈ।
ਜਦੋਂ ਸੰਜੋਗ ਦੀ ਤਾਕਤ ਕੰਮ ਕਰਦੀ ਹੈ, ਵਿਜੋਗ ਪਿੱਛੇ ਹੁੰਦਾ। ਇਹ ਦੋਨੇ ਤਾਕਤਾਂ ਖਿੰਦੀਆਂ ਨਹੀਂ ਹੈ, ਮਹਾਸ਼ਕਤੀਆਂ ਨੇ ਦੋਨੋਂ ਆਪਸ ਵਿੱਚ ਖਿੰਦੀਆਂ ਨਹੀਂ ਹੈ, ਰੱਬੀ ਹੁਕਮ ਦੇ ਵਿੱਚ ਨੇ। ਜਦੋਂ ਸੰਜੋਗ ਦੀ ਪਾਵਰ ਹੁੰਦੀ, ਵਿਜੋਗ ਉੱਥੇ ਕੁਝ ਨਹੀਂ ਕਰਦਾ। ਇਸੇ ਕਰਕੇ ਸਭ ਕੁਝ ਇਸ ਨੂੰ ਮਿਲਦਾ ਹੈ। ਪਰ ਉਹ ਭਾਗਾਂ ਦੇ ਨਾਲ ਜੋ ਇਹਦੇ ਹਿੱਸੇ ਦੇ ਵਿੱਚ ਹੈ, ਜਦੋਂ ਇਹਨੂੰ ਕੁਝ ਮਿਲਣਾ ਹੁੰਦਾ, ਸੋ ਜੇ ਹਿੱਸਾ ਵਧਿਆ ਤੇ ਵੱਧ ਮਿਲੇਗਾ ਵੀ, ਜੇ ਹਿੱਸਾ ਘਟਿਆ ਤੇ ਘੱਟ ਮਿਲੇਗਾ। ਇਸ ਕਰਕੇ ਕੋਈ ਅਮੀਰ ਹੈ ਤੇ ਕੋਈ ਗਰੀਬ, ਕਿ ਗਰੀਬਾਂ ਨੂੰ ਦਾਤਾਂ ਨਹੀਂ ਮਿਲਦੀਆਂ, ਮਾਇਆ ਉਹਨਾਂ ਨੂੰ ਵੀ ਮਿਲਦੀ ਹੈ, ਪਰ ਉਹ ਭਾਗਾਂ ਦੇ ਵਿੱਚ ਘੱਟ ਆ, ਪੁੰਨ ਘੱਟ ਹੋਣਗੇ। ਸੋ ਜਿਨ੍ਹਾਂ ਦੇ ਪੁੰਨ ਵੱਧ ਹੈ, ਉਹਨਾਂ ਨੂੰ ਉਹਨਾਂ ਦਾ ਹਿੱਸਾ ਵੀ ਵੱਧ ਹੈ। ਜਦੋਂ ਸੰਜੋਗ ਦਾ ਸਮਾਂ ਆਉਂਦਾ, ਤੁਹਾਨੂੰ ਵੱਧ ਮਿਲਦਾ। ਹੁਣ ਜਦੋਂ ਵਿਜੋਗ ਦਾ ਸਮਾਂ ਜਿਹੜਾ, ਸੰਜੋਗ ਪਾਸੇ ਹੋ ਜਾਂਦਾ ਜੀ, ਉਹ ਪਾਵਰ ਰਾਹ ਦੇ ਵਿੱਚ ਰੁਕਾਵਟ ਨਹੀਂ ਬਣਦੀ ਹੈ। ਅਤੇ ਉਸ ਵੇਲੇ ਸਾਡੇ ਕੋਲੋਂ ਕੁਝ ਜਾਣਾ ਹੁੰਦਾ, ਨੁਕਸਾਨ ਹੁੰਦਾ, ਕੇਵਲ ਜੀਆਂ ਦਾ ਵਿਜੋਗ ਹੋ ਜਾਂਦਾ। ਕੋਈ ਸਾਡਾ ਪਿਆਰਾ ਜੀ ਹੀ ਤੁਰ ਜਾਂਦਾ, ਅਸੀਂ ਨਹੀਂ ਰੱਖ ਸਕਦੇ। ਜਦੋਂ ਵਿਜੋਗ ਹੁੰਦਾ, ਅਸੀਂ ਚਾਹ ਕੇ ਵੀ, ਹਾਲਾਂਕਿ ਪਤਾ ਹੁੰਦਾ ਇਹਦਾ ਜਿਹੜਾ ਦਿਮਾਗ ਆ, ਰੱਬ ਨੇ ਇਹਨੂੰ ਜੋ ਦਿੱਤਾ, ਕੰਪਿਊਟਰ ਦਿੱਤਾ ਹੋਇਆ, ਇਹਨੂੰ ਪਤਾ ਹੁੰਦਾ ਵੀ ਹੁਣ ਮੇਰਾ ਨੁਕਸਾਨ ਹੋ ਰਿਹਾ ਹੈ, ਕਰ ਸਕਦਾ ਕੁਝ, ਪਤਾ ਹੁੰਦਾ ਸਾਹਮਣੇ ਮਰਦਾ ਪਿਆ ਪ੍ਰਾਣੀ, ਪਤਾ ਬਚਾ ਸਕਦਾ। ਇਹ ਖੁਦ ਨੂੰ ਪਤਾ ਲੱਗਦਾ ਮੇਰੀ ਮੌਤ ਆ ਰਹੀ ਹੈ, ਕੇਵਲ ਤਾਂ ਰੌਲੀ ਪਾਉਣ ਲੱਗ ਪੈਂਦਾ, ਆ ਗਿਆ ਕਹਿੰਦਾ ਜੰਮ ਦਿਸਣ ਲੱਗ ਪਿਆ ਮੈਨੂੰ, ਬਚ ਸਕਦਾ। ਉੱਥੇ ਵਿਜੋਗ ਹੈ, ਹੁਣ ਵਿਛੋੜਾ ਹੋਣਾ, ਬਚ ਕੇ ਦਿਖਾਲੇ, ਕੋਈ ਨਹੀਂ ਬਚ ਸਕਦਾ ਜੀ। ਜਦੋਂ ਨੁਕਸਾਨ ਇਹ ਵੀ ਤਾਂ ਵਿਜੋਗ 'ਚ ਹੀ ਆਉਂਦਾ। ਸੋ ਜਦੋਂ ਦੋ ਭਰਾਵਾਂ ਦਾ ਪਿਆਰ ਆ, ਹੁਣ ਉਹਨਾਂ 'ਚੋਂ ਇੱਕ ਤਾਂ ਚਾਹੁੰਦਾ ਵੀ ਕਿਸੇ ਤਰੀਕੇ ਦੇ ਨਾਲ ਪਿਆਰ ਬਣਿਆ ਰਹੇ, ਉਹ ਬਾਹ ਜਹਾਨ ਦੀ ਲਾਉਂਦਾ, ਜੋ ਮੰਗਦਾ ਦੇਈ ਜਾਂਦਾ, ਤੇ ਲੈ ਲਾ, ਆਹ ਵੀ ਲੈ ਲਾ, ਆਹ ਵੀ ਲੈ ਲਾ, ਪਰ ਉੱਥੇ ਵਿਛੋੜਾ ਹੋਣਾ ਹੀ ਹੋਣਾ। ਉਹਦੀ ਬਾਹ ਪਿੱਛ ਨਹੀਂ ਚੱਲਦੀ ਕੋਈ, ਹੋਣਾ ਵਿਛੋੜਾ, ਉੱਥੇ ਜਿੰਨਾ ਮਰਜ਼ੀ ਜ਼ੋਰ ਲਾ ਲਵੇ। ਜਦੋਂ ਵਿਜੋਗ ਦੀ ਤਾਕਤ ਕੰਮ ਕਰਦੀ, ਉਸ ਵਕਤ ਤੋਂ ਵਿਛੋੜਾ ਹੁੰਦਾ, ਉੱਥੇ ਸੰਜੋਗ ਕੁਝ ਨਹੀਂ ਕਰ ਸਕਦਾ। ਜੇ ਵਿਛੋੜਾ ਹੈ ਤਾਂ ਸੰਜੋਗ ਹੁੰਦਾ, ਜੇ ਵਿਛੋੜਾ ਹੁੰਦਾ ਤਾਂ ਬੇਟੀ ਦਾ ਵਿਆਹ ਕਰਦੇ, ਹੁਣ ਪਿਤਾ ਦੇ ਨਾਲੋਂ ਵਿਛੋੜਾ ਹੋਣਾ ਤੇ ਪਤੀ ਦੇ ਨਾਲ ਸੰਜੋਗ ਹੋਣਾ। ਜੇ ਚਾਹੇ ਵੀ ਮੈਂ ਪਿਤਾ ਦੇ ਨਾਲ ਵੀ, ਮੇਰਾ ਪਿਤਾ ਦੇ ਘਰ ਵਿੱਚ ਵੀ ਸੰਜੋਗ ਰਹੇ ਤੇ ਪਤੀ ਦੇ ਘਰ ਵਿੱਚ ਵੀ ਸੰਜੋਗ ਰਹੇ, ਘਰ ਹੀ ਨਹੀਂ ਬਣਾ ਸਕਦੀ ਹੈ, ਉਹ ਘਰ ਹੀ ਨਹੀਂ ਬਣ ਸਕਦਾ। ਘਰ ਉਦੋਂ ਬਣਦਾ, ਉਦੋਂ ਘਰ ਸਾਜਿਆ ਜਾਂਦਾ, ਉਦੋਂ ਘਰ ਦੀ ਰਚਨਾ ਕਰਦੀ ਜਦੋਂ ਉਧਰੋਂ ਵਿਜੋਗ ਕਰਦੀ ਹੈ, ਫਿਰ ਪਤੀ ਦਾ ਘਰ ਬਣਾਉਂਦੀ, ਉਹਦਾ ਆਪਣਾ ਘਰ। ਵਿਜੋਗ ਹੈ ਤਾਂ ਗਾਹਾਂ ਸੰਜੋਗ ਹੁੰਦਾ ਹੈ, ਜੇ ਵਿਜੋਗ ਨਹੀਂ ਤਾਂ ਸੰਜੋਗ ਨਹੀਂ। ਬੀਜ ਉੱਗਦਾ, ਬੀਜ ਆਪਣਾ ਵਜੂਦ ਗਵਾਉਂਦਾ ਹੈ। ਜੇ ਬੀਜ ਕਹਾਂ ਮੈਂ ਬੀਜ ਵੀ ਬਣਿਆ ਰਹਾਂ ਤੇ ਦਰਖਤ ਵੀ ਬਣ ਜਾਵਾਂ। ਹੁਣ ਜਦੋਂ ਦਰਖਤ ਬੀਜ ਬਣ ਗਿਆ, ਜੜ੍ਹਾਂ ਪੁੱਟ ਕੇ ਦੇਖੋ ਬੀਜ ਕਿੱਥੇ ਗਿਆ, ਬੀਜ ਨੇ ਆਪਣਾ ਆਪ ਗਵਾ ਲਿਆ, ਵਿਛੋੜਾ ਹੋ ਗਿਆ। ਵਿਛੋੜੇ ਦੇ ਨਾਲ ਹੀ ਸੰਜੋਗ ਹੁੰਦਾ। ਇਹ ਵੱਡੀਆਂ ਤਾਕਤਾਂ ਨੇ, ਸੰਜੋਗ ਵਿਜੋਗ। ਹੁਣ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ, ਕਹਿੰਦੇ ਰਚ ਭਲੇ ਸੰਜੋਗ, ਦੇਖ ਆ ਜੋ ਕੁਝ ਵੀ ਤੈਨੂੰ ਦਿੱਤਾ ਉਸਨੇ ਤੇਰੇ ਸੰਜੋਗਾਂ ਨੂੰ ਰਚਿਆ, ਭਲੇ ਸੰਜੋਗ, ਇਸ ਕਰਕੇ ਤੈਨੂੰ ਸਾਰਾ ਕੁਝ ਪ੍ਰਾਪਤ ਹੋਇਆ। ਸੰਜੋਗ ਰਚਣੇ ਵਾਲਾ ਵੀ ਕਹਿੰਦੇ ਉਹ ਹੀ ਹੈ। ਸੁਤ ਬਨਤਾ, ਆ ਧੀਆਂ ਪੁੱਤਰਾਂ ਦਾ ਜਨਮ ਹੋਣਾ, ਪਰਿਵਾਰ ਦਾ ਜਨਮ ਹੋਣਾ, ਸੋ ਇਹ ਵੀ ਸੰਜੋਗ ਹੁੰਦਾ। ਕਿੱਥੇ ਕਿਹਨੇ ਜਨਮ ਲੈਣਾ, ਨਾ ਤਾਂ ਬੱਚੇ ਨੂੰ ਪਤਾ ਤੇ ਨਾ ਮਾਂ ਬਾਪ ਨੂੰ ਪਤਾ। ਜਦੋਂ ਆਪਾਂ ਭਾਈ ਕੋਈ ਵੀ ਚੀਜ਼ ਖਰੀਦਦੇ ਹਾਂ, ਲੈਂਦੇ, ਪਸੰਦ ਦੀ ਲੈਂਦੇ ਹਾਂ, ਜਦੋਂ ਆ ਬੱਚੇ ਨੇ ਘਰ ਵਿੱਚ ਜਨਮ ਲੈਣਾ, ਵੀ ਚੰਗੇ ਕਰਮਾਂ ਵਾਲਾ, ਚੰਗਾ ਨਾ ਮੁੰਡਾ ਹੀ ਆਵੇ ਜਾਂ ਕੁੜੀ ਹੀ ਆਵੇ, ਨਾ, ਇਹ ਵੀ ਸੰਜੋਗ ਹੈ, ਲੇਖਾ ਆ, ਲੈਣਾ ਦੇਣਾ ਆ, ਹਿਸਾਬ ਕਿਤਾਬ ਹੈ। ਜਿਹਨੂੰ ਅਸੀਂ ਪਰਿਵਾਰ ਸਮਝਦੇ, ਜਿਨ੍ਹਾਂ ਦਾ ਜ਼ਿਆਦਾ ਲੇਖਾ ਹੁੰਦਾ ਉਹ ਬਣਦੇ ਪਰਿਵਾਰ ਦੇ ਮੈਂਬਰ, ਜਿਨ੍ਹਾਂ ਦਾ ਥੋੜ੍ਹਾ ਉਹ ਫਿਰ ਰਿਸ਼ਤੇਦਾਰ, ਸੱਜਣ ਮਿੱਤਰ। ਇੱਦਾਂ ਦਾ ਸਿਸਟਮ ਰੱਬ ਨੇ ਬਣਾਇਆ, ਇਹਦੀ ਸਮਝ ਵਿੱਚ ਹੀ ਨਹੀਂ ਆ ਸਕਦਾ। ਕਹਿੰਦੇ ਸੁੱਤ ਬਨਤਾ, ਸੁੱਤ ਪੁੱਤਰ, ਬਨਤਾ ਇਸਤਰੀ, ਸਾਜਨ ਮਿੱਤਰ ਹੋ ਗਿਆ। ਸੇਵਕ ਦੀ ਇਹ ਕਹਿਣਾ ਮੰਨਣੇ ਵਾਲੇ, ਜਿਹੜੇ ਤੁਹਾਡੀ ਸਾਰੀ ਗੱਲ ਮੰਨਦੇ ਪਏ ਆ, ਸਾਰੇ ਨਹੀਂ ਮੰਨ ਲੈਂਦੇ, ਨਹੀਂ, ਜਿਹੜੇ ਮੰਨਦੇ ਪਏ ਭਾਈ ਕੋਈ ਲੇਖਾ ਤੇਰਾ ਦੇ ਰਿਹਾ, ਤੇਰੀ ਸਾਰੀ ਗੱਲ ਮੰਨਦਾ ਵੀ ਮੈਂ ਸਾਰੀ ਜ਼ਿੰਦਗੀ ਨਿਕਲ ਗਈ, ਮੈਂ ਹੀ ਇਹਦਾ ਕਹਿਣਾ ਮੰਨੀ ਜਾਂਦਾ, ਭਾਈ ਲੇਖਾ ਦੇ ਹੁਣ, ਸੇਵਕ ਦੀਏ। ਇਹ ਸੰਜੋਗ ਰਚਿਆ ਹੋਇਆ। ਪ੍ਰਭ ਦੇਵਨ ਜੋਗ, ਰੱਬ ਹੀ ਦਿੰਦਾ, ਫਿਰ ਉਹ ਦੇਣ ਯੋਗ ਹੈ।
ਦੇਣ ਯੋਗ ਹੀ ਦਾਤ ਦੇ ਸਕਦਾ ਹੈ। ਜਿਹੜਾ ਲੈਣਾ ਹੀ ਜਾਣਦਾ ਉਹ ਕਿੱਥੋਂ ਦਿੰਦਾ, ਜਿਹੜਾ ਦੇਣਾ ਜਾਣਦਾ ਹੈ ਨਾ ਉਹ ਦੇ ਸਕਦਾ ਹੈ। ਰੱਬ ਨੇ ਦੇਣਾ ਹੀ ਦੇਣਾ ਹੈ, ਉਹਨੇ ਦੇਣਾ ਹੀ ਦੇਣਾ ਸਾਨੂੰ, ਇਸ ਕਰਕੇ ਉਹ ਬੜਾ ਕੁਝ ਸਾਨੂੰ ਦੇ ਛੱਡਦਾ, ਬੜ ਕੇ ਸਭ ਕੁਝ ਦੇ ਦਿੰਦਾ। ਜਦੋਂ ਉਹਦਾ ਬਣ ਜਾਂਦਾ ਇਹਨੂੰ ਸਾਰਾ ਕੁਝ ਹੀ ਉਹ ਦੇ ਦਿੰਦਾ। ਪ੍ਰਭ ਦੇਵਨ ਜੋਗ ਇੰਝ, ਰੱਬ ਦੇ ਵਿੱਚ ਖਾਸੀਅਤ ਹੈ, ਉਹ ਦਾਤ ਉਹੀ ਦੇਣੀ ਹੈ ਜਿਹੜੀ ਦੇਣ ਯੋਗ ਹੈ। ਮਤਲਬ ਜਿਹੜੀ ਦਾਤ ਸਾਡੇ ਯੋਗ ਹੈ, ਜਿਹਦੇ ਨਾਲ ਸਾਨੂੰ ਨੁਕਸਾਨ ਨਹੀਂ ਹੈ, ਉਹ ਸਾਨੂੰ ਦਾਤ ਦਿੰਦਾ। ਸਾਨੂੰ ਘੜ ਕੇ ਚੰਗਾ ਬਣਾਉਂਦਾ। ਮੂਰਤੀ ਜਦੋਂ ਛੈਣੀ ਤੇ ਥੋੜੇ, ਉਹ ਛੈਣੀ ਥੋੜਾ ਚੱਲਦਾ ਪੱਥਰ ਤੇ ਮੂਰਤੀ ਬਣ ਜਾਂਦੀ ਹੈ। ਜੇ ਛੈਣੀ ਥੋੜੇ ਦੀ ਸੱਟ ਨੂੰ ਸਹਾਰਦਾ ਪੱਥਰ ਤੇ ਪੂਜਣ ਯੋਗ ਬਣ ਜਾਂਦਾ। ਜੇ ਨਹੀਂ ਸਹਾਰ ਸਕਦਾ ਛੈਣੀ ਥੋੜੇ ਦੀ ਸੱਟ ਤੇ ਫਿਰ ਪੂਜਣ ਜੋਗਾ ਕਿੱਥੋਂ ਬਣਵਾਣ, ਘੜ ਤੇ ਹੀ ਰਹਿ ਜਾਣਾ। ਇੱਦਾਂ ਜਦੋਂ ਦਾਤ ਸਾਡੇ ਕੋਲ ਕੋਈ ਲੈਂਦਾ ਵੀ ਆ ਤੇ ਉਹ ਵੀ ਕਿਸਮ ਦਾ ਘੜਦਾ ਹੀ ਆ ਸਾਨੂੰ। ਦੇਵਣ ਯੋਗ ਸਾਨੂੰ ਪਹਿਲਾਂ ਯੋਗ ਬਣਾਉਂਦਾ ਹੈ ਵੀ ਆਹ ਦਾਤ ਇਹਨੂੰ ਦੇ, ਲੈਣ ਯੋਗ ਵੀ ਬਣੇ, ਉਹ ਤਾਂ ਦੇਣ ਯੋਗ ਹੈਗਾ ਹੀ ਹੈਗਾ। ਦਾਤ ਜਿਹੜੀ ਉਹਨੇ ਦੇਣੀ ਹੈ ਲੈਣ ਯੋਗ ਵੀ ਬਣੇ, ਪਹਿਲਾਂ ਸਾਨੂੰ ਬਣਾਉਂਦਾ ਹੈ। ਮਹਾਰਾਜ ਕਹਿੰਦੇ ਦੇਵਣ ਯੋਗ ਤਾਂ ਉਹੀ ਹੈ, ਉਹੀ ਉਹ ਦਾਤਾਂ ਦਿੰਦਾ, ਅਸੀਂ ਥੋੜ੍ਹੀ ਕਹਿੰਦੇ ਕਿਸੇ ਨੂੰ ਦੇ ਸਕਦੇ। ਜੇ ਅਸੀਂ ਚਲੋ ਜੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਕੋਲੋਂ ਕੋਈ ਦਾਤ ਦਵਾਉਂਦੇ ਆ ਹੈ ਨਾ, ਕਿਸੇ ਨੂੰ ਪ੍ਰਸ਼ਾਦਾ ਛਕਾਤਾ, ਅਸੀਂ ਤਾਂ ਇੰਨਾ ਕੀ ਕਰ ਸਕਦੇ, ਕਿਸੇ ਨੂੰ ਕੋਈ ਕੱਪੜਾ ਦੇ ਦਿੱਤਾ, ਕਿਸੇ ਨੂੰ ਥੋੜ੍ਹੀ ਬਹੁਤ ਮਾਇਆ ਦੇ ਦਿੱਤੀ, ਜ਼ਿੰਦਗੀ ਥੋੜ੍ਹੀ ਕਿਸੇ ਨੂੰ ਕੋਈ ਦੇ ਸਕਦਾ, ਅੰਗ ਪੈਰ ਥੋੜ੍ਹੀ ਕੋਈ ਕਿਸੇ ਨੂੰ ਦੇ ਸਕਦਾ। ਜੇ ਆ ਮਾੜਾ ਮੋਟਾ ਜੇ ਕਰਾਉਂਦਾ ਹੈ ਤੇ ਉਸ ਵਕਤ ਹੰਕਾਰ ਨਹੀਂ ਕਰਨਾ ਚਾਹੀਦਾ, ਕਹਿਣਾ ਵੀ ਉਹਨੇ ਦਵਾਇਆ, ਉਹ ਦੇਵਣ ਯੋਗ ਤਾਂ ਉਹ ਹੀ ਹੈ। ਮੇਰੇ ਮਨ ਨੂੰ ਪ੍ਰੇਰਿਆ, ਮੇਰੇ ਮਨ ਨੂੰ ਦਾਤਾ ਬਣਾਇਆ। ਸੋ ਜੇ ਘੁੱਟ ਕੇ ਜੱਫਾ ਮਾਰ ਕੇ ਬੈਠਾ ਰਹੇ ਤੇ ਕਿੱਥੋਂ ਦੇ ਸਕਦਾ। ਇਹੋ ਜਿਹਾ ਕੰਜੂਸ ਤਾਂ ਆਪਣੀ ਔਲਾਦ ਨੂੰ ਨਹੀਂ ਕੁਝ ਦਿੰਦੇ, ਇਹੋ ਜਿਹਾ ਕੰਜੂਸ ਆਪਣੀ ਔਲਾਦ ਨੂੰ ਕੁਝ ਨਹੀਂ ਦਿੰਦੇ ਤੇ ਸੱਤ ਬਗਾਨੇ ਨੂੰ ਕਿੱਥੋਂ ਦੇ ਦੇਣਾ ਉਸਨੇ। ਸੋ ਉਹ ਨਾ ਦੇਵਣ ਯੋਗ ਬਣਾਉਂਦਾ ਭਾਈ। ਜੇ ਕਦੀ ਉਹ ਦੇਣ ਵਾਲੀ ਗੱਲ ਵੀ ਹੁੰਦੀ ਨਾ, ਪਹਿਲਾਂ ਸਾਨੂੰ ਉਹਨੇ ਬਣਾਇਆ, ਉਹ ਦਵਾਉਂਦਾ, ਉਹ ਤੋਂ ਬਿਨਾਂ ਆਪਾਂ ਥੋੜ੍ਹੀ ਦੇ ਸਕਦੇ। ਪ੍ਰਭ ਦੇਵਣ ਯੋਗ। ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਹੇ ਵਿਜੋਗ। ਉਹਦਾ ਸਿਮਰਨ ਕਰਨ ਦੇ ਨਾਲ ਤਨ ਵੀ ਤੇ ਮਨ ਵੀ ਹਰਿਆ ਭਰਿਆ ਹੋ ਜਾਂਦਾ, ਵਿਗਸ ਜਾਂਦਾ, ਆਨੰਦ ਬਣ ਜਾਂਦਾ, ਹਰੇ ਭਰੇ ਤੋਂ ਭਾਵ ਹੁੰਦਾ। ਤਨ ਹਰਿਆ ਤਨ ਨੂੰ ਰੋਗ ਕੋਈ ਨਹੀਂ, ਮਨ ਹਰਿਆ ਮਨ ਨੂੰ ਸੋਗ ਕੋਈ ਨਹੀਂ। ਜੇ ਤਨ ਹਰਿਆ ਤੇ ਮਨ ਨੂੰ ਸੋਗ ਹੈ, ਮਨ ਨਹੀਂ ਹਰਿਆ। ਇਹ ਤਨ ਮਨ ਹਰਿਆ ਚਾਹੀਦਾ। ਤਨ ਮਨ ਹਰਿਆ ਹੁੰਦਾ ਹਰਾ ਭਰਾ, ਹਰਿਆ ਹੁੰਦਾ ਹਾਰ ਜਾਣਾ। ਜਦੋਂ ਮੱਥਾ ਟੇਕਦੇ ਆ ਹੈ ਨਾ, ਤਨ ਕਰਕੇ ਤਾਂ ਹਾਰ ਗਏ, ਮੱਥਾ ਟੇਕ ਦਿੱਤਾ, ਹੁਣ ਮਨ ਕਰਕੇ ਨਹੀਂ ਹਾਰੇ, ਮਨ ਨਹੀਂ ਝੁਕਦਾ। ਤੇ ਮਹਾਰਾਜ ਕਹਿੰਦੇ ਸੀਸ ਨਿਭਾਈਏ ਕਿਆ ਥੀਆ, ਜਾ ਹਿਰਦੇ ਕਸੁੱਧੇ ਜਾਏ। ਕਹਿੰਦੇ ਮਨ ਤਾਂ ਤੇਰਾ ਹਰਿਆ ਹੀ ਨਹੀਂ। ਜਿਹਦਾ ਮਨ ਹਰ ਜਾਂਦਾ, ਸਿਰ ਝੁਕਾਵੇ ਚਾਹੇ ਨਾ ਝੁਕਾਵੇ, ਮਨ ਹਰਿਆ ਮੱਥਾ ਟੇਕਿਆ ਹੋਇਆ। ਜਿਹਦਾ ਮਨ ਹੀ ਨਹੀਂ ਹਰਿਆ ਤੇ ਤਨ ਹਰੇ ਨੂੰ ਕੀ ਕਰਨਾ। ਤਨ ਮਨ ਕਰਕੇ ਇਹ ਹਰਿਆ, ਹਾਰ ਜਾਵੇ। ਸੱਚੇ ਪਾਤਸ਼ਾਹ ਮੈਂ ਤਨ ਕਰਕੇ ਵੀ ਹਾਰਿਆ ਤੇ ਮਨ ਕਰਕੇ ਵੀ ਹਾਰਿਆ। ਉਹਨੂੰ ਬਲ ਹਾਰ ਕਿਹਾ ਜਾਂਦਾ ਹੈ ਨਾ। ਬਲਿਹਾਰੀ ਗੁਰ ਆਪਣੇ, ਆਪਣੇ ਗੁਰੂ ਦੇ ਅੱਗੇ ਬਲਿਹਾਰ। ਜਿਹੜਾ ਆਪਣੇ ਗੁਰੂ ਦੇ ਅੱਗੇ ਬਲ ਹਾਰ ਜਾਂਦਾ ਹੈ ਨਾ, ਗੁਰੂ ਉਹਨੂੰ ਸਾਰੀਆਂ ਦਾਤਾਂ ਦੇ ਨਾਲ ਨਵਾਜ ਦਿੰਦਾ। ਮਹਾਰਾਜ ਕਹਿੰਦੇ ਨੇ, ਕਹਿੰਦੇ ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਹੇ ਵਿਜੋਗ। ਵਿਜੋਗ ਲੈ ਜਾਂਦਾ। ਵਿਜੋਗ ਤਾਂ ਆਉਂਦਾ ਪਰ ਉਹਦਾ ਦੁੱਖ ਨਹੀਂ ਆਉਂਦਾ। ਫਿਰ ਵਿਛੋੜਾ ਤਾਂ ਆਉਂਦਾ। ਜਿੱਦਾਂ ਮਾਇਆ ਗਈ ਤਬ ਰੋਬ ਨ ਲੱਗਦਾ, ਇੱਥੇ ਵਿਜੋਗ ਆ ਗਿਆ। ਮਾਇਆ ਤਾਂ ਚਲ ਗਈ, ਰੋਂਦਾ ਨਹੀਂ ਹੈ। ਲਹਿ ਜਾਏ ਵਿਜੋਗ। ਕੋਈ ਨਹੀਂ ਭਾਈ, ਉਹ ਜਿਹਦੀ ਦਾਤ ਸੀ ਉਹ ਲੈ ਗਿਆ। ਜਿਸ ਕੀ ਵਸ ਸੋਈ ਲੈ ਜਾਏਗਾ। ਤੇ ਹੁਣ ਰੋਸ ਕਿਹਦੇ ਨਾਲ ਕਰਨਾ। ਸਰੀਰਾਂ ਤੋਂ ਵਿਛੋੜਾ ਹੋ ਗਿਆ ਨਾ, ਤੇ ਉਹ ਜਿੰਦ ਦਾ ਮਾਲਕ ਸੀ, ਉਹਦੀ ਵਸਤ ਜਿੰਦ, ਉਹਦੀ ਦਿੱਤੀ ਹੋਈ ਜਿੰਦ ਹੈ, ਤੇ ਉਹ ਲੈ ਗਿਆ। ਤੇ ਹੁਣ ਵਿਛੋੜੇ ਦਾ ਦੁੱਖ ਨਹੀਂ, ਲੈ ਜਾਏ ਵਿਜੋਗ, ਕੋਈ ਦੁੱਖ ਨਹੀਂ। ਜਦੋਂ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਯੁੱਧ ਕੀਤੇ ਹਨ, ਉਹ ਦੁਸ਼ਮਣ ਹੈਰਾਨ ਹੁੰਦੇ ਸੀ ਵੀ ਸਾਡੇ ਮਰ ਮੁੱਕ ਗਏ ਤੇ ਅਸੀਂ ਇਸ ਸੋਗ ਚੋਂ ਨਿਕਲਦੇ ਨਹੀਂ ਪਏ, ਜਕਾਰੇ ਲਾ ਰਹੇ ਆ, ਇਹਨਾਂ ਨੂੰ ਫਰਕ ਹੀ ਕੋਈ ਨਹੀਂ। ਲੈ ਜਾਏ ਵਿਜੋਗ। ਵਿਜੋਗ ਤਾਂ ਹੋਇਆ ਆਪਣਿਆਂ ਦਾ, ਪਿਓ ਦਾ ਪੁੱਤਰ ਸ਼ਹੀਦ ਹੋ ਗਿਆ, ਪਰ ਵਿਛੋੜੇ ਦਾ ਦੁੱਖ ਨਹੀਂ ਹੈ। ਕਿਉਂ? ਕਿਉਂਕਿ ਉਹਦਾ ਸਿਮਰਨ ਕਰਦੇ ਨੇ, ਉਹਦੀ ਬਾਣੀ ਪੜ੍ਹਦੇ ਨੇ। ਵੱਡੇ ਵੱਡੇ
ਵਿਛੋੜੇ ਦਾ ਦੁੱਖ, ਵਿਯੋਗ ਦਾ ਦੁੱਖ ਉਹ ਲੈ ਜਾਂਦਾ। ਕਾਰਨ ਕੀ? ਉਹ ਬਾਣੀ ਪੜ੍ਹਦੇ ਨੇ, ਲੈ ਜਾਏ ਵਿਜੋਗ। ਸਾਧ ਸੰਗ ਹਰ ਗੁਣ ਰਮਹੁ। ਰਮਹੁ ਹੁੰਦਾ ਰਸ ਲੈ ਕੇ, ਆਨੰਦ ਲੈ ਕੇ ਬਾਣੀ ਪੜ੍ਹਨੀ, ਸੁਣਨੀ, ਵਿਚਾਰਨੀ। ਇਹ ਸਾਧ ਸੰਗਤ ਦੀ ਕਿਰਪਾ ਦੇ ਨਾਲ ਹੀ ਬਾਣੀ ਦਾ ਰਸ ਆ ਸਕਦਾ, ਆਨੰਦ ਆ ਸਕਦਾ। ਮਹਾਰਾਜ ਜੀ ਦਾ ਹੁਕਮ ਹੈ ਸੱਚੇ ਪਾਤਸ਼ਾਹ ਕਹਿੰਦੇ ਸਾਧ ਸੰਗਤ ਕਰਦਿਆਂ ਉਹਦੇ ਗੁਣਾਂ ਨੂੰ ਰਮੋ। ਸਾਧ ਸੰਗ ਹਰ ਗੁਣ ਰਮੋ, ਬਿਨ ਸੇ ਸਭ ਰੋਗ। ਇਹਦੇ ਸਾਰੇ ਰੋਗ ਬਿਨਸ ਜਾਂਦੇ ਨੇ, ਸਾਰੇ ਰੋਗ ਰਹਿੰਦਾ ਹੀ ਕੋਈ ਨਹੀਂ। ਆਦਿ, ਵਿਆਧੀ, ਉਪਾਧੀ ਤਿੰਨੇ ਤਾਪ ਲੈ ਜਾਂਦੇ ਨੇ ਜਦੋਂ ਸਾਧ ਸੰਗਤ ਵਿੱਚ ਜੁੜ ਕੇ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਦੇ ਹਾਂ ਪਿਆਰ ਦੇ ਨਾਲ। ਸੱਚੇ ਪਾਤਸ਼ਾਹ ਕਹਿੰਦੇ ਕੋਈ ਵਿਯੋਗ, ਕੋਈ ਰੋਗ ਰਹਿੰਦਾ ਹੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਪਰਪਾਰ ਮਿਹਰ ਕਿਰਪਾ ਕੀਤੀ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਸਤਿਗੁਰੂ ਜੀ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਵਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਛੇਤੀ, ਮਨ ਬਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੂੰ ਹਰੀ ਖੇਰਾ, ਮਨ ਜਿਨੀ ਬਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੁ ਹਰਿ ਨਾਲੇ, ਹਰਿ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰੁ ਕਰੀ ਤੇਰਾ। ਕਾਰ ਸਭ ਸਵਾਰਣਾ, ਸਭਨਾ ਗੱਲਾਂ ਸਮਰਾ। ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ। ਕਰਤਾ ਤੇਰੇ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੀ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਹਾਰੂ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ, ਕਾਲਾ ਜਿਤ ਕਰ ਧਾਰੀਆਂ। ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ, ਹਰਿ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਨੇ। ਦੋਹਰੋ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ, ਪਵਿੱਤ ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਕੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ।